साल्वे साल्वे। सब तैयार है? कैदी किथे है? ਇਹ ਹੈ ਇਹ ਹੈ। ਇੰਨਾ ਵੱਡਾ ਖਤਰਾ ਹੈ ਕਿ ਇਸ ਨੂੰ ਇਸ ਬੰਜਰ ਟਾਪੂ ਤੇ ਸੁੱਟ ਦਿੱਤਾ ਗਿਆ। कि वो रोम विच पागल हो गए हन। जबान संभाल के टाइटस। सच दस, ये इत्थे क्यों है? डोमिनस एडियस की? डोमिनस एडियस प्रभु ਅਤੇ ਪਰਮੇਸ਼ਰ सम्राट डोमिशन ਚਾਹੁੰਦੇ ਹਨ ਕਿ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ ਅਤੇ सिर्फ एको ही प्रभु ਅਤੇ परमेश्वर है जिस दी मैं सेवा करता हाँ। ਤਾਂ ਇਸੇ ਲਈ ਉਹਨਾਂ ਨੇ ਇਹਨੂੰ ਇੱਥੇ ਭੇਜਿਆ ਹੈ। ਸਮਰਾਟ ਨੂੰ ਪਰਮੇਸ਼ਰ ਮੰਨਣ ਤੋਂ ਇਨਕਾਰ ਕਰਨ ਕਰਕੇ ਉਹ ਇਸ ਨੂੰ ਮਾਰ ਹੀ ਕਿਉਂ ਨਹੀਂ ਦਿੰਦੇ? ਉਹਨਾਂ ਨੇ ਕੋਸ਼ਿਸ਼ ਕੀਤੀ ਸੀ, ਸਿਵਾਏ ਇਸ ਦੇ ਕਿ ਉਹ ਮਰਿਆ ਨਹੀਂ। ਕੀ ਮਤਲਬ ਹੈ ਤੁਹਾਡਾ? ਇਹੋ ਕਿ ਉਹ ਬੁੱਢਾ ਮਰਦਾ ਨਹੀਂ, ਉਹ ਇੱਕ ਮਸੀਹੀ ਹੈ, ਕਾਫੀ ਪ੍ਰਭਾਵ ਵਾਲਾ। ਉਹ ਦੂਜੇ ਲੋਕਾਂ ਨੂੰ ਭੜਕਾਉਂਦਾ ਹੈ ਕਿ ਉਹ ਉਸ ਮੁਕਤੀਦਾਤਾ ਦੇ ਪਿੱਛੇ ਚੱਲਣ। ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ। ਉਸ ਨੂੰ ਚੇਤਾਵਨੀ ਦਿੱਤੀ ਗਈ, ਜੇਲ੍ਹ ਵਿੱਚ ਸੁੱਟਿਆ ਅਤੇ ਅੰਤ ਵਿੱਚ ਉਬਾਲਿਆ। ਉਬਾਲਿਆ? ਸਹੀ ਸੁਣਿਆ। ਪਰ ਇੰਨਾ ਕੁਝ ਕਰਨ ਤੋਂ ਬਾਅਦ ਵੀ ਇਸ ਬੁੜੇ ਨੂੰ ਕੁਝ ਨਹੀਂ ਹੋਇਆ। ਬਕਵਾਸ ਹੈ। ਤਾਂ ਫਿਰ ਦੱਸ ਕਿ ਅਸੀਂ ਇੱਥੇ ਕਿਉਂ ਹਾਂ? ਉਹ ਯਿਸੂ ਮਸੀਹ ਦੇ ਪ੍ਰਤੀ ਆਪਣੇ ਵਿਸ਼ਵਾਸ ਨੂੰ ਨਹੀਂ ਤਿਆਗ ਰਿਹਾ, ਨਾ ਹੀ ਉਸ ਦੇ ਬਾਰੇ ਉਪਦੇਸ਼ ਦੇਣਾ ਬੰਦ ਕਰ ਰਿਹਾ। ਮੈਂ ਕਿਵੇਂ ਕਰ ਸਕਦਾ ਹਾਂ? ਯਿਸੂ ਨੇ ਮੇਰੇ ਲਈ ਆਪਣੀ ਜਾਨ ਦੇ ਦਿੱਤੀ ਅਤੇ ਤੁਹਾਡੇ ਲਈ ਵੀ, ਹਰੇਕ ਦੇ ਲਈ। ਉਹ ਤੁਹਾਡੇ ਪਾਪਾਂ ਦੇ ਲਈ ਸਲੀਬ ਤੇ ਮਰਿਆ ਅਤੇ ਸਾਨੂੰ ਪਰਮੇਸ਼ਰ ਦੇ ਨੇੜੇ ਲਿਆਉਣ ਦੇ ਲਈ ਉਹ ਮੁਰਦਿਆਂ ਵਿੱਚੋਂ ਵੀ ਜੀ ਉੱਠਿਆ ਅਤੇ ਜ਼ਿੰਦਾ ਹੈ ਅਤੇ ਸਾਨੂੰ ਆਪਣਾ ਗਵਾਹ ਠਹਿਰਾਇਆ ਹੈ। ਉਸ ਦੇ ਵਚਨ ਜੀਵਨ ਅਤੇ ਆਨੰਦ ਲੈ ਕੇ ਆਉਂਦੇ ਹਨ। ਕੀ ਮੈਂ ਇਹ ਸੱਚਾਈ ਦੂਜਿਆਂ ਤੋਂ ਲੁਕਾ ਕੇ ਰੱਖਾਂ? ਮੈਂ ਦੱਸ ਦੇਵਾਂ, ਮੈਂ ਇਹ ਨਹੀਂ ਕਰ ਸਕਦਾ। ਖੈਰ, ਉਸਨੇ ਤਾਂ ਤੇਰੀ ਕੋਈ ਭਲਾਈ ਨਹੀਂ ਕੀਤੀ, ਜ਼ਿੱਦੀ ਅਤੇ ਮੂਰਖ ਬੁੱਢਿਆ। ਤੂੰ ਆਪਣੇ ਆਪ ਨੂੰ ਇਸ ਕਸ਼ਟ ਤੋਂ ਬਚਾ ਸਕਦਾ ਸੀ ਅਤੇ ਆਪਣਾ ਬੁਢਾਪਾ ਸੁਖ ਨਾਲ ਜੀ ਸਕਦਾ ਸੀ। ਕਿਉਂ ਹੈ ਨਾ ਪੂਲੋ? ਤੂੰ ਇੱਕ ਸਿਪਾਹੀ ਹੈ। ਉਹ ਤਾਂ ਮੈਂ ਹਾਂ ਬੁਢਿਆ, ਅਤੇ ਮੈਂ ਇੱਕ ਵਫਾਦਾਰ ਸਿਪਾਹੀ ਹਾਂ ਅਤੇ ਹਮੇਸ਼ਾ ਰਹਾਂਗਾ। ਫਿਰ ਤੂੰ ਸਮਝ ਸਕਦਾ ਹੈ ਕੀ ਹੁੰਦਾ ਹੈ ਆਪਣੇ ਵਿਸ਼ਵਾਸ ਦੀ ਰਾਖੀ ਕਰਨਾ। ਮੇਰੀ ਇਹ ਖੁਸ਼ਕਿਸਮਤੀ ਹੈ ਕਿ ਮੈਂ ਇੱਥੇ ਹਾਂ ਮਸੀਹ ਦੇ ਲਈ, ਇਹਨਾਂ ਜ਼ੰਜੀਰਾਂ ਵਿੱਚ, ਇਸ ਬੰਜਰ ਟਾਪੂ ਤੇ। ਅਤੇ ਤੂੰ, ਕੀ ਤੂੰ ਇੱਥੇ ਆਪਣੇ ਸਾਮਰਾਜ ਦੇ ਲਈ ਖੁਸ਼ਕਿਸਮਤ ਹੈ? ਉਸਨੇ ਤਾਂ ਤੈਨੂੰ ਚੁੱਪ ਕਰਾ ਦਿੱਤਾ ਟਾਈਟਸ। ਇੱਥੇ ਸਾਰੇ ਪਾਗਲ ਹੀ ਕਿਉਂ ਆਉਂਦੇ ਹਨ? ਪਰ ਤੈਨੂੰ ਕਿਵੇਂ ਪਤਾ ਬੜੇ ਮੀਆਂ? ਤੂੰ ਇੰਨੇ ਯਕੀਨ ਨਾਲ ਕਿਵੇਂ ਕਹਿ ਸਕਦਾ ਹੈ ਕਿ ਇਹ ਯਿਸੂ ਹੀ ਉਹ ਹੈ? ਉਸਨੇ ਕੀ ਕਿਹਾ? ਪਰਮੇਸ਼ਰ ਦਾ ਪੁੱਤਰ? ਕਿਉਂਕਿ ਮੈਂ ਉੱਥੇ ਸੀ। ਉੱਥੇ ਚਿੰਨ੍ਹ ਸਨ ਆਦਿ ਕਾਲ ਤੋਂ ਹੀ, ਅਤੇ ਇੱਕ ਭਵਿੱਖਬਾਣੀ, ਪ੍ਰਭੂ ਖੁਦ ਤੁਹਾਨੂੰ ਇੱਕ ਚਿੰਨ੍ਹ ਦੇਵੇਗਾ। ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਸ ਦਾ ਨਾਂ ਇਮੈਨੂਅਲ ਰੱਖੇਗੀ, ਜਿਸ ਦਾ ਅਰਥ ਹੈ ਪਰਮੇਸ਼ਰ ਸਾਡੇ ਸੰਗ ਹੈ। ਇੱਕ ਕੁਆਰੀ? ਇਹ ਤਾਂ ਅਸੰਭਵ ਹੈ। ਪਰਮੇਸ਼ਰ ਦੇ ਲਈ ਨਹੀਂ। ਉਸਨੇ ਗਲੀਲ ਦੇ ਇੱਕ ਨਗਰ ਵਿੱਚ ਇੱਕ ਸਵਰਗਦੂਤ ਨੂੰ ਭੇਜਿਆ, ਇੱਕ ਕੁਆਰੀ ਦੇ ਕੋਲ। तू सारियां औरतां विचों धन है मरियम। कौन है तू? हे मरियम, ना डर, क्योंकि तेरे ते परमेश्वर की कृपा हुई है। तू गर्भवती होवेगी अते एक पुत्र नूं जन्म देवेगी, तो उसका नाम यीशु रखी। वो महान होवेगा अते परम प्रधान दा पुत्र कहावेगा, अते उसके राज दा कदे भी अंत नहीं होवेगा। पर ये किस तरह होवेगा?
ਮੈਨੂੰ ਤਾਂ ਕਿਸੇ ਪੁਰਸ਼ ਨੇ ਛੂਇਆ ਤੱਕ ਵੀ ਨਹੀਂ। ਪਵਿੱਤਰ ਆਤਮਾ ਤੇਰੇ ਤੇ ਉਤਰੇਗਾ ਅਤੇ ਜੋ ਪੈਦਾ ਹੋਣ ਵਾਲਾ ਹੈ ਉਹ ਪਰਮੇਸ਼ਰ ਦਾ ਪੁੱਤਰ ਕਹਾਵੇਗਾ। ਭਵਿੱਖਬਾਣੀ ਨੂੰ ਪੂਰਾ ਕਰਨ ਦੇ ਲਈ ਇੱਕ ਬਾਲਕ ਨੇ ਜਨਮ ਲਿਆ। ਯੂਸੁਫ ਜੋ ਪੇਸ਼ੇ ਤੋਂ ਇੱਕ ਤਰਖਾਣ ਸੀ ਅਤੇ ਇੱਕ ਨੇਕ ਆਦਮੀ ਸੀ, ਪਰਮੇਸ਼ਰ ਦੁਆਰਾ ਚੁਣਿਆ ਗਿਆ ਉਹਨਾਂ ਦਾ ਰਾਖਾ ਬਣਨ ਦੇ ਲਈ। ਪਰ ਕੁਝ ਲੋਕ ਸਨ ਜੋ ਇਸ ਬਾਲਕ ਨਾਲ ਨਫ਼ਰਤ ਕਰਦੇ ਸਨ ਅਤੇ ਉਸ ਨੂੰ ਮਾਰਨਾ ਚਾਹੁੰਦੇ ਸਨ। ਮਰੀਮ, ਜਲਦੀ ਕਰ, ਸਾਨੂੰ ਜਾਣਾ ਪਵੇਗਾ। ਯੂਸੁਫ, ਕੀ ਗੱਲ ਹੈ? ਤੁਸੀਂ ਕੀ ਕਰ ਰਹੇ ਹੋ? ਇਹ ਬੱਚਾ, ਇਸ ਨੂੰ ਖਤਰਾ ਹੈ। ਪਰ ਉਹ ਤਾਂ ਸਿਰਫ ਬੱਚੇ ਹਨ। ਕੀ ਇਸ ਨਾਲ ਕੋਈ ਫਰਕ ਪੈਂਦਾ ਹੈ? ਮੈਂ ਇਸਰਾਇਲ ਦਾ ਰਾਜਾ ਹਾਂ, ਮੈਂ ਯਹੂਦੀਆਂ ਦਾ ਰਾਜਾ ਹਾਂ। ਮੈਂ ਕਿਸੇ ਹੋਰ ਨਾਲ ਆਪਣਾ ਰਾਜ ਨਹੀਂ ਵੰਡਾਂਗਾ। ਪਰ ਇਹ ਸਿਰਫ ਇੱਕ ਭਵਿੱਖਬਾਣੀ ਹੈ। ਹੋ ਸਕਦਾ ਹੈ ਕਿ ਇਹ ਗਲਤ ਹੋਵੇ। ਕੀ ਲਿਖਿਆ ਹੈ ਇਸ ਵਿੱਚ? ਪਰ ਤੂੰ ਬੈਤਲਹਮ, ਭਾਵੇਂ ਕਿ ਤੂੰ ਯਹੂਦੀਆਂ ਦੇ ਹਜ਼ਾਰਾਂ ਵਿੱਚੋਂ ਛੋਟਾ ਜਿਹਾ ਹੈ, ਫਿਰ ਵੀ ਤੇਰੇ ਵਿੱਚੋਂ ਨਿਕਲ ਕੇ ਮੇਰੇ ਕੋਲ ਆਵੇਗਾ ਇਜ਼ਰਾइल ਵਿੱਚੋਂ ਇੱਕ ਸ਼ਾਸਕ। ਵੇਖ, ਉਹ ਤਾਂ ਰਾਜ ਬੈਤਲਹਮ ਦੇ ਉੱਤੇ ਉਹਨਾਂ ਖਗੋਲ ਸ਼ਾਸਤਰੀਆਂ ਨੇ ਕੀ ਕਿਹਾ ਸੀ? ਉਹ ਯਹੂਦੀਆਂ ਦੇ ਰਾਜੇ ਦੇ ਜਨਮ ਦਾ ਐਲਾਨ ਕਰ ਰਿਹਾ ਹੈ। ਮੈਂ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ। ਮੈਂ ਯਹੂਦੀਆਂ ਦਾ ਰਾਜਾ ਹਾਂ। ਮੈਂ ਕਿਸੇ ਨਾਲ ਆਪਣਾ ਸਿੰਘਾਸਨ ਸਾਂਝਾ ਨਹੀਂ ਕਰਾਂਗਾ। ਕੀ ਤੂੰ ਸੁਣਿਆ? ਕਿਸੇ ਦੇ ਨਾਲ ਨਹੀਂ। मेरे बच्चे, मेरे नन्हे यीशु, जल्दी आओ। दो साल तो थल्ले दे हर बालक नू मार दियो, किसे नू भी ना छड़ियो। ਉਹ ਪਰਿਵਾਰ ਮਿਸਰ ਭੱਜ ਗਿਆ ਅਤੇ ਉੱਥੇ ਹੀ ਰਿਹਾ ਜਦੋਂ ਤੱਕ ਰਾਜਾ ਹੈਰੋਦੇਸ ਦੀ ਮੌਤ ਨਹੀਂ ਹੋਈ। ਉਸ ਤੋਂ ਬਾਅਦ ਉਹ ਇਜ਼ਰਾਈਲ ਵਾਪਸ ਆ ਗਿਆ, ਜਿੱਥੇ ਯੀਸ਼ੂ ਆਪਣੇ ਮਾਤਾ ਪਿਤਾ ਦੇ ਘਰ ਰਿਹਾ ਜਦੋਂ ਤੱਕ ਕਿ ਉਹ 30 ਸਾਲ ਦਾ ਨਹੀਂ ਹੋ ਗਿਆ। ਪਰ ਉਹ ਕੀ ਹੋਣ ਦਾ ਦਾਅਵਾ ਕਰਦਾ ਹੈ? ਇਹ ਯੋਹੰਨਾ ਬਪਤਿਸਮਾ ਦੇਣ ਵਾਲਾ? ਬਿਲਕੁਲ, ਇਹੋ ਤਾਂ ਅਸੀਂ ਪਤਾ ਲਗਾਉਣਾ ਹੈ ਤੇ ਵਾਪਸ ਜਾ ਕੇ ਮਹਾਜਾਜਕ ਨੂੰ ਖਬਰ ਦੇਣੀ ਹੈ। ਇਹ ਸਾਰੇ ਮੂਰਖ ਅਗਿਆਨੀ ਇੱਥੇ ਭੀੜ ਇਕੱਠੀ ਕਰੀ ਬੈਠੇ ਨੇ। ਉਹਨਾਂ ਵੱਲ ਵੇਖੋ, ਉਹਨਾਂ ਨੂੰ ਮੰਦਿਰ ਵਿੱਚ ਹੋਣਾ ਚਾਹੀਦਾ ਸੀ, ਇੱਥੇ ਬਾਹਰ ਨਹੀਂ। ਇਹਨਾਂ ਪਾਗਲ ਵਰਗੇ ਲੋਕਾਂ ਦੇ ਨਾਲ ਮੁਕਤੀ ਪਾਉਣ ਦੇ ਲਈ ਕੀ ਕਰੀਏ? ਤੌਬਾ ਕਰੋ, ਕਿਉਂਕਿ ਪਰਮੇਸ਼ਰ ਦਾ ਰਾਜ ਨੇੜੇ ਹੈ। ਪ੍ਰਭੂ ਦੇ ਲਈ ਰਸਤਾ ਤਿਆਰ ਕਰੋ। ਵੇਖੋ, ਉਹ ਫੇਰ ਆ ਗਏ ਅੰਦਰਿਆਸ। ਬੇਸ਼ੱਕ ਹੋਰ ਸਵਾਲ ਪੁੱਛਣ ਦੇ ਲਈ। ਸਾਨੂੰ ਬਚਾ ਲੈ, ਅਸੀਂ ਮੁਕਤੀ ਪਾਉਣ ਦੇ ਲਈ ਕੀ ਕਰੀਏ? ਤੌਬਾ ਕਰੋ। ਜੇਕਰ ਤੁਸੀਂ ਮੁਕਤੀ ਚਾਹੁੰਦੇ ਹੋ ਤਾਂ ਉਹੀ ਕਰੋ ਜੋ ਸ਼ਾਸਤਰ ਵਚਨ ਵਿੱਚ ਲਿਖਿਆ ਹੈ। ਪ੍ਰਭੂ ਦੇ ਲਈ ਰਸਤਾ ਤਿਆਰ ਕਰੋ, ਉਸ ਦੇ ਰਾਹ ਨੂੰ ਸਿੱਧਾ ਕਰੋ। ਅਸੀਂ ਮੁਕਤੀ ਪਾਉਣ ਦੇ ਲਈ ਕੀ ਕਰੀਏ? ਮੂਸਾ ਦੀ ਸ਼ਰ੍ਹਾ ਦਾ ਪਾਲਣ ਕਰੀਏ, ਉਹੀ ਤਾਂ। ਏ ਸੱਪਾਂ ਦਿਓ ਬੱਚਿਓ, ਅਸੀਂ ਤੌਬਾ ਕਰੋ। ਅੱਛਾ, ਤੂੰ ਸਾਨੂੰ ਕਹਿ ਰਿਹਾ ਕਿ ਤੌਬਾ ਕਰੋ ਹੈ? ਜੋ ਮੂਸਾ ਦੀ ਸ਼ਰ੍ਹਾ ਦਾ ਪਾਲਣ ਤੁਹਾਡੇ ਵਰਗਿਆਂ ਨਾਲੋਂ ਜ਼ਿਆਦਾ ਸਾਵਧਾਨੀ ਨਾਲ ਕਰਦੇ ਨੇ, ਕਿਸ ਗੱਲ ਦੀ ਤੌਬਾ ਕਰੀਏ? ਤੁਸੀਂ ਸੋਚਦੇ ਹੋ ਕਿ ਪਰਮੇਸ਼ਰ ਤੁਹਾਨੂੰ ਸਵੀਕਾਰ ਕਰਦਾ ਹੈ ਸਿਰਫ ਇਸ ਲਈ ਕਿਉਂਕਿ ਅਬਰਾਹਮ ਤੁਹਾਡਾ ਪਿਤਾ ਹੈ? ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਇਸ ਯੋਗ ਹੈ ਕਿ ਉਹ ਇਹਨਾਂ ਪੱਥਰਾਂ ਵਿੱਚੋਂ ਵੀ ਬਾਲਕ ਪੈਦਾ ਕਰ ਸਕਦਾ ਹੈ। ਸਮਝੇ? ਬਹੁਤ ਹੋ ਗਿਆ। ਸਾਨੂੰ ਸਾਫ਼-ਸਾਫ਼ ਦੱਸ, ਕੀ ਤੂੰ ਮਸੀਹ ਹੋਣ ਦਾ ਦਾਅਵਾ ਕਰਦਾ ਹੈ? ਉਹ ਮਸੀਹਾ ਜਿਸ ਨੂੰ ਪਰਮੇਸ਼ਰ ਭੇਜੇਗਾ ਸਾਨੂੰ ਬਚਾਉਣ ਦੇ ਲਈ? ਮੈਂ ਉਹ ਹਾਂ ਜੋ ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਆਵਾਜ਼ ਹਾਂ। ਪ੍ਰਭੂ ਦੇ ਲਈ ਰਸਤਾ ਤਿਆਰ ਕਰੋ। ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਉਹ ਜੋ ਮੇਰੇ ਬਾਅਦ ਆਉਣ ਵਾਲਾ ਹੈ, ਉਹ ਜੋ ਮੇਰੇ ਤੋਂ ਕਿਤੇ ਮਹਾਨ ਹੈ,
मैं तो उसकी जुत्ती दे तश्मे खोलण दे योग भी नहीं हाँ। मैं तुहानू पानी नाल बपतिस्मा दिंदा हाँ, पर वो तुहानू बपतिस्मा देवेगा पवित्र आत्मा दे नाल ते अग नाल। ਅਸੀਂ ਬਹੁਤ ਸੁਣ ਲਿਆ, ਅਸਲ ਵਿੱਚ ਜ਼ਿਆਦਾ ਹੀ। तू मेरे कोल आया है यीशु? नहीं, तेरे कोलों तां मैनू बपतिस्मा लेना चाहिदा है। फिर भी ਅਸੀਂ ਇੱਥੇ ਪਰਮੇਸ਼ਰ ਦੀ ਇੱਛਾ ਪੂਰੀ ਕਰਨ ਆਏ ਹਾਂ, ਸਾਡੀ ਆਪਣੀ ਨਹੀਂ। ए मेरा प्यारा पुत्र है। ਆਪਣੇ ਬਪਤਿਸਮੇ ਤੋਂ ਬਾਅਦ ਯੀਸ਼ੂ ਉਜਾੜ ਵਿੱਚ ਗਿਆ, ਇਕਾਂਤ ਵਿੱਚ ਪ੍ਰਾਰਥਨਾ ਕਰਨ ਅਤੇ ਰੋਜ਼ਾ ਰੱਖਣ ਦੇ ਲਈ। ਉਸ ਦਾ ਸਰੀਰ ਕਮਜ਼ੋਰ ਹੋ ਗਿਆ ਕਿਉਂਕਿ ਉਸਨੇ 40 ਦਿਨਾਂ ਤੱਕ ਕੁਝ ਨਹੀਂ ਖਾਧਾ, ਪਰ ਉਸ ਦਾ ਆਤਮਾ ਤਗੜਾ ਰਿਹਾ। ਯੀਸ਼ੂ, ਓ ਯੀਸ਼ੂ, 40 ਦਿਨ ਰੋਜ਼ੇ ਦੇ, ਬਹੁਤ ਵਧੀਆ। ਦੇਖ ਤੂੰ ਭੁੱਖਾ ਹੈ। ਜੇਕਰ ਤੂੰ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਰੋਟੀਆਂ ਬਣਾ। ਆਪਣੇ ਆਪ ਦੀ ਭੁੱਖ ਮਿਟਾ, ਇਹ ਤੇਰੇ ਪੇਟ ਦੀ ਭੁੱਖ ਨੂੰ ਮਿਟਾ ਦੇਣਗੀਆਂ। ਆਪਣੇ ਆਪ ਨੂੰ ਤ੍ਰਿਪਤ ਕਰ। ਇਹ ਲਿਖਿਆ ਹੈ ਕਿ ਇਨਸਾਨ ਨਿਰਾ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਪਰਮੇਸ਼ਰ ਦੇ ਮੂੰਹ ਵਿੱਚੋਂ ਨਿਕਲੇ ਹਰ ਵਚਨ ਨਾਲ। ਮੂਰਖ, ਤਾਂ ਫਿਰ ਆਪਣੇ ਆਪ ਨੂੰ ਸਾਬਿਤ ਕਰ, ਆਪਣੇ ਆਪ ਨੂੰ ਹੇਠਾਂ ਡਿਗਾ ਦੇ। ਦੇਖ ਕਿ ਪਰਮੇਸ਼ਰ ਤੈਨੂੰ ਸੰਭਾਲਦਾ ਹੈ ਜਾਂ ਨਹੀਂ, ਕਿਉਂਕਿ ਲਿਖਿਆ ਹੈ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ। ਪਰ ਇਹ ਵੀ ਲਿਖਿਆ ਹੈ ਕਿ ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਤਾ। ਇਹ ਸਭ ਤੇਰੇ ਲਈ ਹੈ ਤੇ ਉਹ ਸਭ ਜੋ ਉਸ ਵਿੱਚ ਹੈ। ਜੇਕਰ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ ਤਾਂ ਜ਼ਰਾ ਸੋਚ, ਮੈਂ ਤੈਨੂੰ ਫੌਜਾਂ ਦੇਵਾਂਗਾ। ਰਾਜਾ ਯੀਸ਼ੂ। ਨਹੀਂ, हे शैतान चलिया जा। मैं सिर्फ अपने प्रभु परमेश्वर ਨੂੰ ਮੱਥਾ ਟੇਕਾਂਗਾ ਅਤੇ ਉਸ ਇਕੱਲੇ ਦੀ ਉਪਾਸਨਾ ਕਰਾਂਗਾ। जल्दी करो, वो जाल बाहर कड्डो। इस समय दी बर्बादी सी। पूरी रात समुंदर विच, पूरी रात। ते सानू दिखाउण दे लई की मिलिया? बहुत गुस्से विच है। खुश हो जा शमौन, हुण तां तैनू आराम है। जेकर कर वसूल करने वाला उसनू भी ना ले गया होवे जदों मैं बाहर सी। शमौन, याकूब, कि इन्ना ही काफी नहीं सी? साडे भरा कित्थे गए? नजर नहीं आ रहे। याकूब, शमौन, तुहानू इस ते विश्वास नहीं होवेगा। ਹੁਣ ਇਹ ਕੀ ਸਮਾਂ ਹੈ ਤੁਹਾਡੇ ਆਉਣ ਦਾ? ਤੈਨੂੰ ਪਤਾ ਹੈ ਨਾ ਅਸੀਂ ਕੰਮ ਕਰਦੇ ਪਏ ਹਾਂ। ਜਾਣਦਾ ਹਾਂ, ਪਰ ਦੇਰੀ ਦੀ ਇੱਕ ਖਾਸ ਵਜ੍ਹਾ ਹੈ। ਬਿਹਤਰ ਹੋਵੇਗਾ ਵਜ੍ਹਾ ਹੋਵੇ। ਸਾਨੂੰ ਮਿਲ ਗਿਆ। ਕੌਣ ਮਿਲ ਗਿਆ? ਉਹ ਮਸੀਹਾ। ਮਸੀਹਾ।
ਬਪਤਿਸਮਾ ਦੇਣ ਵਾਲਾ ਸਾਨੂੰ ਉਸਦੇ ਪਿੱਛੇ ਚੱਲਣ ਦੇ ਲਈ ਆਖਿਆ ਸੀ ਅਤੇ ਅਸੀਂ ਉਦਾਂ ਹੀ ਕੀਤਾ, ਉਹਦੇ ਨਾਲ ਗੱਲਾਂ ਕੀਤੀਆਂ। ਹਾਂ, ਪੂਰੀ ਰਾਤ। ਪੂਰੀ ਰਾਤ? ਹੁਣ ਇਹ ਸ਼ੁਰੂ ਹੋ ਗਿਆ। ਪੂਰੀ ਰਾਤ? ਸਾਨੂੰ ਇਹ ਕੰਮ ਕਰਨਾ ਪੈਂਦਾ ਹੈ ਤੇ ਤੁਸੀਂ ਦੋਵੇਂ ਜਦੋਂ ਵੇਖੋ ਉਦੋਂ ਆਪਣਾ ਸਮਾਂ ਬਰਬਾਦ ਕਰਦੇ ਹੋ। ਤੇ ਤੂੰ ਕੌਣ ਹੈ? ਤੂੰ ਕੌਣ ਹੈ? ਯਿਸੂ। ਇਹੋ ਹੈ ਉਹ ਸ਼ਿਮੋਨ। ਉਹ ਮਸੀਹਾ, ਨਾਸਰਤ ਦਾ ਯਿਸੂ। ਸ਼ਾਂਤ ਹੋ ਜਾ ਸ਼ਿਮੋਨ। ਮਸੀਹਾ? ਉਹ ਮਸੀਹਾ ਜਿਸ ਦੀ ਅਸੀਂ ਉਡੀਕ ਕਰ ਰਹੇ ਹਾਂ। ਇੱਕ ਗਰੀਬ ਆਦਮੀ ਨਾਸਰਤ ਵਿੱਚੋਂ। ਇਹ ਸੱਚ ਹੈ ਸ਼ਿਮੋਨ। ਕਿਸ਼ਤੀ ਨੂੰ ਦੁਬਾਰਾ ਕੱਢੋ। ਕੀ? ਕਿਉਂ? ਤੁਸੀਂ ਮੱਛੀਆਂ ਫੜਨੀਆਂ ਹਨ, ਹੈ ਨਾ? ਮੈਂ ਤਾਂ ਹੁਣੇ। ਅਸੀਂ ਪੂਰੀ ਰਾਤ ਮਿਹਨਤ ਕੀਤੀ ਪਰ ਅਸੀਂ ਇੱਕ ਵੀ ਮੱਛੀ ਨਹੀਂ ਫੜੀ। ਹਰਜ਼ੀ ਕੀ ਹੈ ਯਾਕੂਬ? ਚਲੋ ਬੇਸ਼ਮਾਨ, ਤੁਸੀਂ ਪੂਰੀ ਰਾਤ ਜਗੇ ਹੋ। ਚਲੋ ਵੀ ਦੇਖਦੇ ਹਾਂ ਕੀ ਹੁੰਦਾ ਏ। ਠੀਕ ਹੈ, ਬਸ ਇਹ ਬਕਵਾਸ ਤੁਹਾਡੇ ਦਿਮਾਗ ਚੋਂ ਕੱਢਣ ਦੇ ਲਈ। ਪਰ ਅਗਲੇ ਹਫਤੇ ਤੁਹਾਨੂੰ ਦੋਵਾਂ ਨੂੰ ਸਾਰਾ ਕੰਮ ਕਰਨਾ ਪਵੇਗਾ। ਇੱਥੇ ਜਾਲ ਸੁੱਟੋ। ਇਸ ਸਮੇਂ ਦੀ ਬਰਬਾਦੀ ਹੈ, ਪੂਰੀ ਬਰਬਾਦੀ। ਮੈਨੂੰ ਜਗਾ ਦਿਓ ਜਦੋਂ। ਸ਼ਮੋਨ, ਸ਼ਮੋਨ ਦੇਖੋ, ਆਓ ਇੱਥੇ ਵੇਖੋ। ਖੈਰ ਚਲੋ ਵੀ ਸਾਡੀ ਮਦਦ ਕਰੋ। ਇਹ ਤਾਂ ਬਹੁਤ ਸਾਰੀਆਂ ਨੇ। ਜਾਲ ਟੁੱਟ ਰਹੇ ਨੇ। ਦੂਜੀ ਕਿਸ਼ਤੀ ਨੂੰ ਬੁਲਾਓ। ਦੂਜੀ ਕਿਸ਼ਤੀ ਲਿਆਓ। ਪ੍ਰਭੂ, ਪ੍ਰਭੂ। ਕੀ ਗੱਲ ਹੈ? ਅੱਜ ਤੱਕ ਇੰਨੀਆਂ ਮੱਛੀਆਂ ਅਸੀਂ ਕਦੇ ਨਹੀਂ ਫੜੀਆਂ। ਅੱਜ ਵਿਕਰੀ ਵੀ ਵਧੀਆ ਹੋਵੇਗੀ। ਇਸ ਦੇ 2 ਸ਼ਾਕੇਲ ਅਤੇ ਇਸ ਦੇ 3 ਸ਼ਾਕੇਲ। ਰੱਬੀ ਕਿਰਪਾ, ਮੇਰੇ ਤੋਂ ਦੂਰ ਚਲੇ ਜਾਓ। ਮੈਂ ਇੱਕ ਪਾਪੀ ਮਨੁੱਖ ਹਾਂ। ਨਾ ਡਰ ਸ਼ਮੌਨ ਪਤਰਸ, ਮੇਰੇ ਨਾਲ ਚੱਲ। ਤੁਹਾਡਾ ਕੀ ਮਤਲਬ ਹੈ? ਮੇਰੇ ਨਾਲ ਚੱਲ ਪਤਰਸ। ਤੁਸੀਂ ਸਾਰੇ ਮੇਰੇ ਨਾਲ ਚੱਲੋ ਤੇ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਤੁਹਾਡਾ ਮਤਲਬ ਹੁਣੇ? ਹਾਂ ਪਤਰਸ। ਅੱਜ ਤੱਕ ਅਸੀਂ ਇੰਨੀਆਂ ਮੱਛੀਆਂ ਕਦੇ ਨਹੀਂ ਸੀ ਫੜੀਆਂ। ਅੱਜ ਤੋਂ ਬਾਅਦ ਤੁਸੀਂ ਮਨੁੱਖਾਂ ਨੂੰ ਫੜੋਗੇ। ਇਹ ਸਾਡੇ ਧੰਦੇ ਲਈ ਬਹੁਤ ਬੁਰਾ ਹੋਵੇਗਾ, ਬਹੁਤ ਹੀ ਬੁਰਾ। ਰੁਕੋ, ਮੇਰੇ ਲਈ ਰੁਕੋ।
ਕੀ ਇਹ ਸ਼ਮਾਉਨ ਦਾ ਘਰ ਹੈ? ਕੀ ਯਿਸੂ ਨਾਸਰੀ ਇੱਥੇ ਹੀ ਠਹਿਰਿਆ ਹੈ? ਹਾਂ, ਪਰ ਇੱਥੇ ਕੋਈ ਜਗ੍ਹਾ ਹੀ ਨਹੀਂ ਹੈ। ਮੈਂ ਇੱਕ ਚਮਤਕਾਰ ਦੇ ਬਾਰੇ ਸੁਣਿਆ, ਬਹੁਤ ਸਾਰੀਆਂ ਮੱਛੀਆਂ ਫੜਨ ਦਾ, ਅਤੇ ਪਾਣੀ ਮਹਿ ਬਣ ਗਿਆ। ਹਾਂ, ਮੈਂ ਵੀ ਸੁਣਿਆ ਹੈ। ਅਤੇ ਇਹ ਕਿ ਉਸਨੇ ਇੱਕ ਮਨੁੱਖ ਨੂੰ ਵੀ ਚੰਗਾ ਕੀਤਾ ਜਿਸ ਨੂੰ ਭੂਤ ਚਿੰਬੜੇ ਸਨ। ਇਹ ਸੱਚ ਹੈ, ਇਹ ਇੱਕ ਚਮਤਕਾਰ ਸੀ। ਮੈਂ ਵੀ ਉੱਥੇ ਸੀ, ਮੈਂ ਇਹ ਆਪਣੀ ਅੱਖਾਂ ਨਾਲ ਦੇਖਿਆ। ਅਤੇ ਮੈਂ ਸੁਣਿਆ ਕਿ ਉਸਨੇ ਸ਼ਮਾਉਨ ਦੀ ਸੱਸ ਨੂੰ ਚੰਗਾ ਕੀਤਾ ਹੈ, ਜੋ ਬਹੁਤ ਬਿਮਾਰ ਸੀ ਅਤੇ ਉਹ ਵਿਚਾਰੀ ਬਿਸਤਰ ਤੋਂ ਉੱਠ ਵੀ ਨਹੀਂ ਸਕਦੀ ਸੀ। ਅਤੇ ਹੁਣ ਖੁਦ ਹੀ ਵੇਖ ਲਓ, ਜੇਕਰ ਵੇਖ ਸਕਦੇ ਹੋ, ਉਹ ਉੱਥੇ ਦੂਸਰਿਆਂ ਦੀ ਦੇਖਭਾਲ ਕਰ ਰਹੀ ਹੈ। ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ। ਕਿਉਂਕਿ ਜੋ ਕੋਈ ਵੀ ਮੰਗਦਾ ਹੈ ਉਸ ਨੂੰ ਦਿੱਤਾ ਜਾਂਦਾ ਹੈ, ਜੋ ਕੋਈ ਵੀ ਲੱਭਦਾ ਹੈ ਉਸ ਨੂੰ ਲੱਭ ਜਾਂਦਾ ਹੈ, ਅਤੇ ਖੜਕਾਉਣ ਵਾਲੇ ਦੇ ਲਈ ਖੋਲਿਆ ਜਾਂਦਾ ਹੈ। ਬਸ ਇੰਨਾ ਹੀ, ਮੰਗੋ। ਹਾਂ, ਬਸ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਉਹ ਨਹੀਂ, ਰੁਕੋ, ਤੁਸੀਂ ਕੀ ਕਰ ਰਹੇ ਹੋ? ਉਹ ਛੱਤ, ਤੁਸੀਂ ਮੇਰੀ ਛੱਤ ਬਰਬਾਦ ਕਰ ਦਿੱਤੀ ਹੈ। मेरी मदद करो, कृपा करके मेरी मदद करो, कृपा करके मेरी मदद करो। कृपा करो, मैं कई साल तो ऐदा ही हाँ, मेरी मदद करो। ਰੱਬੀ ਅਸੀਂ ਸੁਣਿਆ ਤੁਸੀਂ ਚਮਤਕਾਰ ਕਰ ਸਕਦੇ ਹੋ। ਜੇਕਰ ਤੁਸੀਂ ਇਸ ਦੇ ਲਈ ਕੁਝ ਵੀ ਕਰ ਸਕਦੇ ਹੋ ਤਾਂ ਕਿਰਪਾ ਕਰੋ। ਦੇਖੋ ਇਸ ਵਿੱਚ ਰੱਬ ਵੀ ਕੀ ਕਰ ਸਕਦਾ ਹੈ। ਇਸ ਆਦਮੀ ਨੂੰ ਘਰ ਲੈ ਜਾਓ। कृपा करके रब्बी, मैं जानदा हाँ कि परमेश्वर तुहाडी सुनदा है। रब्बी कृपा करो। बिल्कुल चिंता न कर, तेरे पाप माफ हुए। उसने कहा तेरे पाप माफ हुए। एक कुफर बकता है, सिर्फ परमेश्वर पाप माफ कर सकता है। एक कुफर है, एक कुफर है। मैनू दसो की कहना आसान है, तेरे पाप माफ होए जां। उठ अते चल, तुहानू दिखाउणा है कि मैनू भी पापां नू माफ करन दा इख्तियार है। उठ, अपनी मंजी चुक अते चल। जरूर परमेश्वर का पुत्र है। चमत्कार हो गया, कितना कर रहे हैं। ये तो चमत्कार है। धन्यवाद प्रभु, धन्यवाद, बहुत धन्यवाद। ये तो चमत्कार है, चमत्कार है। मैं कह रहा कि वो कुफर बकदा है, वो कुफर बकण वाला है। पर तू ओ देखिया, तू उत्थे सी। दस उसने एक अदरंगी नू चंगा किता है। इस विच उसदा कोई लेना देना नहीं है। एक मनुख नू चंगा करना एक गल है, पर कोई पाप माफ नहीं कर सकता सिवाय परमेश्वर दे। ये इंसान मुसीबत खड़ी करने वाला है। समा आ गया है, परमेश्वर दा राज नेड़े है। आओ अते विश्वास करो कि पापां नू माफ करन दा समा आ गया है, अते ਇਹ ਤੁਹਾਡੇ ਵਿੱਚੋਂ ਹਰੇਕ ਦੇ ਲਈ ਉਪਲਬਧ ਹੈ, ਤੁਹਾਡੇ ਸਾਰਿਆਂ ਲਈ ਉਪਲਬਧ। चलो चलो, मेरे कोल पूरा दिन नहीं पिया। पर असी इन्ना नहीं दे सकते, सचमुच नहीं दे सकते। नहीं, मैं नहीं कर सकता। तू जो भी सुझाव दे रहा है मैं वो नहीं कर सकता। हुण दफा हो जाओ इथों। पर ये सच है। हुणे। अरे वाह, ए हुई ना।
ये मेरा है। ये है मत्ती, चुंगी लैण वाला, रोमियां दे लई ग्राही करन वाला। बेशक अपने लिए भी कर रहा है। लगता है लोग तेनू पसंद नहीं करते। कुछ नहीं, पर दूजे इसका बुरा नहीं मानते। बेशक नहीं। ओए मत्ती, थोड़ी जही होर दाख रस दे। तू बहुत पी लई है। चलो प्रभु, ओदे नाल कोई संबंध ना रखियो। लोकी गल्ला करनगे ਤੁਹਾਨੂੰ ਤਾਂ। रुको एक मिनट, ओ नवा नबी तू है जिसकी सारे चर्चा कर रहे हैं, है कि नहीं? यीशु नासरी। उसनो छूही ना। तेनू इस नाल की शायद उसनु एतराज ना होवे। मैं जानता हाँ कि तू कौन है। मैं तेनू एक मनुख नू चंगा करदे वेख्या सी। तू कुछ कहा सी पाप माफ करन दे बारे। मैं मनदा हाँ कि तू परमेश्वर दा पुत्र है। ता फिर मेरे मगर आ। मत्ती, यीशु दे मगर चलेगा। ए सही हन रब्बी, मैं चंगा नहीं हाँ। मैं एक चंगा मनुख नहीं हाँ। मैं तो तेनू ये नहीं पूछया। आ मत्ती, मेरे मगर हो तो। देखते हो मत्ती की करता है। तेनू इस तो की समझ आउंदी है? तेनू याद नहीं शमौन, यीशु ने किश्ती विचों जाल पाया अते इन्नी मछलियां आईयां कि जाल टुटन लगा। फिर उसने आख्या कि मैं तुहानू शिकारी बनावांगा। मनुखां दे? हाँ, तेरे वर्गे अते मेरे वर्गे, मच्छियां फड़न वाले अते चुंगी लैण वाले, हर कोई। हुण हालात पहला वर्गे नहीं रहणगे शमौन, हालात पहला वर्गे नहीं रहणगे। ਯੀਸੂ ਲਗਾਤਾਰ ਲੋਕਾਂ ਨੂੰ ਹੈਰਾਨ ਕਰਦਾ ਰਿਹਾ, ਰੋਗੀਆਂ ਨੂੰ ਚੰਗਾ ਕਰਕੇ ਅਤੇ ਲੂਲੇ ਲੰਗੜਿਆਂ ਨੂੰ ਚੰਗਾਈ ਦੇ ਕੇ। ਇੱਕ ਭਵਿੱਖਬਾਣੀ ਦਾ ਪੂਰਾ ਹੋਣਾ ਸੀ ਜਿਸ ਵਿੱਚ ਲਿਖਿਆ ਸੀ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਸਨੇ ਮੈਨੂੰ ਮਸਾ ਕੀਤਾ, ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ ਉਸਨੇ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਉਹਨਾਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ ਅਤੇ प्रभु दी मंजूरी दे वरे दा प्रचार करा। मेरी मदद करो, मैं अन्ना हाँ, मेरी मदद करो, कृपा करो। ए तू की कर रहा है? की कर रहा है तू? मैं देख सकता हाँ, मैं देख सकता हाँ, मैं देख सकता हाँ, मैं देख सकता हाँ। मैं तुहानू दस दिया, ये मुसीबत खड़ी करने वाला है। मैं सहमत हाँ। रोमी, चुंगी लैण वाला ते बेसवा, उन्होंने वो कह रहा है कि वो पाप माफ कर सकता है। वो कुफर बकदा है, यही तो मैं कह रहा कदों दा। ते फिर असी किस दी उड़ीक कर रहे हैं? असी सारे मूसा दी शरह नूं मनण वाले हां ते ये साडी जिम्मेवारी है कि असी उसनूं रोकीए। सानू कार्रवाई करनी पवेगी। हाँ, पर तुसी उसदे काम वेखे हन। ਉਹ ਬਿਮਾਰਾਂ ਨੂੰ ਚੰਗਾ ਕਰਦਾ ਹੈ ਅਤੇ ਉਹ ਮੁਰਦਿਆਂ ਨੂੰ ਵੀ ਜ਼ਿੰਦਾ ਕਰਦਾ ਹੈ। और रहन भी दियो, एक बीमार मुंडा ठीक हो जाता है ਅਤੇ अचानक एक मुर्दा मुर्दिਆਂ ਵਿੱਚੋਂ जी उठता है। लोग गल्लां करदे ने, अफवाहां फैलदियां ने। पर ਅੱਜ ਇਸ ਜਗ੍ਹਾ ਤੇ ਇੱਕ ਅੰਨਾ ਵਿਅਕਤੀ ਸੁਜਾਖਾ ਹੋ ਗਿਆ ਹੈ, ਇੱਥੇ ਇਸੇ ਮੰਦਿਰ ਵਿੱਚ। ਇਸ ਤਰ੍ਹਾਂ ਉਹ ਕਹਿੰਦੇ ਨੇ। ਸਾਨੂੰ ਕਿਵੇਂ ਪਤਾ ਚੱਲੇਗਾ ਕਿ ਜਿਹੜੇ ਚਮਤਕਾਰ ਕਹਾਏ ਜਾਂਦੇ ਨੇ ਉਹ ਸੱਚ ਨੇ? खैर स्वामी निकोदेमुस,
एहो ही है ओ आदमी। ਇਹ ਚਮਤਕਾਰ ਹੈ, ਇਹ ਚਮਤਕਾਰ ਹੈ, ਇਹ ਉਹ ਕੀ ਮਤਲਬ ਹੈ ਇਹਨਾਂ ਲੋਕਾਂ ਨੂੰ ਇੱਥੇ ਲਿਆਉਣ ਦਾ? ਇੱਕ ਮਿੰਟ ਮੇਰੀ ਗੱਲ ਸੁਣੋ, ਠੀਕ ਹੈ? ਮੈਨੂੰ ਦੱਸ, ਕੀ ਇਹ ਤੇਰਾ ਪੁੱਤਰ ਹੈ? ਹਾਂ। ਤਾਂ ਕੀ ਉਹ ਜਨਮ ਤੋਂ ਹੀ ਅੰਨਾ ਸੀ? ਪੂਰੀ ਤਰ੍ਹਾਂ ਨਾਲ। ਪਰ ਹੁਣ ਉਹ ਅਚਾਨਕ ਕਿੱਦਾਂ ਦੇਖਣ ਲੱਗ ਪਿਆ? ਸਾਨੂੰ ਪਤਾ ਨਹੀਂ। ਉਹ ਸਿਆਣਾ ਹੈ, ਸ਼ਾਇਦ ਤੁਹਾਨੂੰ ਉਹਦੇ ਕੋਲੋਂ ਹੀ ਪੁੱਛਣਾ ਚਾਹੀਦਾ ਹੈ। ਤੂੰ ਆਪਣੇ ਬਾਰੇ ਕੀ ਕਹਿਣਾ ਹੈ? ਮੈਂ ਦੇਖ ਸਕਦਾ ਹਾਂ, ਇੱਕ ਮਨੁੱਖ, ਇੱਕ ਨਬੀ, ਉਸਨੇ ਮੈਨੂੰ ਚੰਗਾ ਕੀਤਾ ਹੈ। ਪਿੱਛੇ ਹਟ। ਜੇਕਰ ਤੂੰ ਦੇਖ ਸਕਦਾ ਏ ਤਾਂ ਇਹ ਪਰਮੇਸ਼ਰ ਦਾ ਕੰਮ ਹੈ, ਇਸ ਆਦਮੀ ਦਾ ਨਹੀਂ ਜਿਸ ਦੀ ਤੂੰ ਗੱਲ ਕਰ ਰਿਹਾ ਹੈ, ਜਿਹੜਾ ਕਿ ਇੱਕ ਪਾਪੀ ਹੈ। ਪਾਪੀ? ਭਾਵੇਂ ਉਹ ਪਾਪੀ ਹੈ ਜਾਂ ਨਹੀਂ ਮੈਨੂੰ ਨਹੀਂ ਪਤਾ। ਮੈਂ ਬਸ ਇੰਨਾ ਜਾਣਦਾ ਹਾਂ ਕਿ ਮੈਂ ਅੰਨਾ ਸੀ ਅਤੇ ਹੁਣ ਮੈਂ ਦੇਖ ਸਕਦਾ ਹਾਂ। ਪਰ ਕਿਵੇਂ? ਉਸਨੇ ਕਿੱਦਾਂ ਕੀਤਾ ਏ? ਮੈਨੂੰ ਨਹੀਂ ਪਤਾ, ਪਰ ਮੈਨੂੰ ਯਕੀਨ ਹੈ ਅਸੀਂ ਉਹਨੂੰ ਲੱਭ ਸਕਦੇ ਹਾਂ। ਕਿ ਤੁਸੀਂ ਵੀ ਉਸ ਦਾ ਚੇਲਾ ਬਣਨਾ ਚਾਹੁੰਦੇ ਹੋ? ਨਿਕਲ ਜਾ। ਸ਼ਾਇਦ ਤੂੰ ਉਸ ਦਾ ਚੇਲਾ ਹੈ, ਪਰ ਅਸੀਂ ਨਹੀਂ ਹੈਗੇ। ਅਸੀਂ ਮੂਸਾ ਦੇ ਪਿੱਛੇ ਚੱਲਦੇ ਆ। ਜਿੱਥੋਂ ਤੱਕ ਇਸ ਆਦਮੀ ਦਾ ਸਵਾਲ ਹੈ, ਅਸੀਂ ਇਹ ਨਹੀਂ ਜਾਣਦੇ ਕਿ ਇਹ ਕਿੱਥੋਂ ਹੈ। ਖੈਰ, ਕੀ ਇਹ ਅਜੀਬ ਗੱਲ ਨਹੀਂ? ਤੁਸੀਂ ਨਹੀਂ ਜਾਣਦੇ ਕਿ ਉਹ ਕੌਣ ਹੈ? ਪਿਛਲੀ ਵਾਰ ਤੁਸੀਂ ਕਦੋਂ ਸੁਣਿਆ ਸੀ ਕਿ ਇੱਕ ਅੰਨਾ ਸੁਜਾਖਾ ਹੋ ਗਿਆ ਹੈ? ਮੈਂ ਤੁਹਾਨੂੰ ਕਹਿ ਰਿਹਾ ਹਾਂ, ਇਸ ਆਦਮੀ ਨੇ ਮੈਨੂੰ ਚੰਗਾਈ ਦਿੱਤੀ ਹੈ। ਜੇਕਰ ਉਹ ਪਰਮੇਸ਼ਰ ਵੱਲੋਂ ਨਾ ਹੁੰਦਾ ਤਾਂ ਉਹ ਕੁਝ ਨਹੀਂ ਸੀ ਕਰ ਸਕਦਾ। ਤੈਨੂੰ ਅੰਨੇ ਹੋਣ ਦਾ ਸ਼ਰਾਪ ਮਿਲਿਆ ਸੀ ਤੇ ਤੇਰੀ ਇੰਨੀ ਜੁਰਤ ਸਾਨੂੰ ਸਿੱਖਿਆ ਦੇਵੇ। ਬਾਹਰ ਕੱਢੋ ਇਹਨੂੰ, ਮੰਦਿਰ ਵਿੱਚੋਂ ਬਾਹਰ ਕੱਢੋ। ਮੈਂ ਦੇਖ ਸਕਦਾ ਹਾਂ, ਇਹ ਇੱਕ ਚਮਤਕਾਰ ਹੈ। ਮੈਂ ਅਸਮਾਨ ਨੂੰ ਦੇਖ ਸਕਦਾ ਹਾਂ ਅਤੇ ਮੈਂ ਬੱਦਲਾਂ ਨੂੰ ਦੇਖ ਸਕਦਾ ਹਾਂ ਅਤੇ ਦੇਖੋ ਕਿ ਉਹ ਪੰਛੀ ਹਨ। ਮੈਂ ਦੇਖ ਸਕਦਾ ਹਾਂ। ਕੀ ਉਹ ਪੂਰੀ ਰਾਤ ਉੱਥੇ ਸਨ? हाँ, प्रार्थना करते हुए। तैनू याद आउंदी है की वो किश्ती गलील? कई बार मेरा परिवार पर अपनी पत्नी का खाना नहीं ਉਹ ਮੈਨੂੰ ਯਾਦ ਨਹੀਂ ਹੁੰਦਾ। ਪਰ ਉਹ ਕਿਸ਼ਤੀ, ਹਾਂ, ਉਹ ਮੈਨੂੰ ਯਾਦ ਆਉਂਦੀ ਹੈ। ਉਹ ਆਜ਼ਾਦੀ, ਖੁੱਲਾ ਸਮੁੰਦਰ। ਫੇਰ ਤਾਂ ਤੂੰ ਹੋਰ ਵੀ ਧੰਨਵਾਦੀ ਹੋਵੇਂਗਾ ਜਦੋਂ ਅਸੀਂ ਵਾਪਸ ਜਾਵਾਂਗੇ। ਅਸੀਂ ਵਾਪਸ ਨਹੀਂ ਜਾ ਰਹੇ। ਅਸੀਂ ਸਾਰੇ ਜਾਣਦੇ ਹਾਂ ਸਭ ਕੁਝ ਪਹਿਲਾਂ ਵਰਗਾ ਨਹੀਂ ਰਹੇਗਾ। ਅਸੀਂ ਵਾਪਸ ਨਹੀਂ ਜਾਵਾਂਗੇ। ਇਹ ਪਰਮੇਸ਼ਰ ਦੀ ਕਰਨੀ ਹੈ। ਮੈਂ ਤੁਹਾਨੂੰ ਇੱਕ ਸਫ਼ਰ ਤੇ ਭੇਜ ਰਿਹਾ। ਤੁਹਾਨੂੰ 12 ਨੂੰ 2-2 ਦੀ ਜੋੜੀ ਵਿੱਚ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਸੁਣਾਉਣ ਦੇ ਲਈ। ਅਤੇ ਜਦੋਂ ਤੁਸੀਂ ਜਾਓ, ਹਰੇਕ ਨੂੰ ਦੱਸੋ ਸਵਰਗ ਦਾ ਰਾਜ ਨੇੜੇ ਹੈ। ਪ੍ਰਭੂ, ਤੁਹਾਡੇ ਪਿੱਛੇ ਹੋਣ ਦੇ ਲਈ ਅਸੀਂ ਸਭ ਕੁਝ ਛੱਡ ਦਿੱਤਾ ਹੈ। ਹਾਂ ਪਤਰਸ, ਤੂੰ ਛੱਡ ਦਿੱਤਾ ਹੈ। ਤੁਸੀਂ ਸਾਰਿਆਂ ਨੇ ਛੱਡ ਦਿੱਤਾ ਹੈ। ਅਤੇ ਉਹ ਜੋ ਛੱਡ ਚੁੱਕਾ ਹੈ ਆਪਣਾ ਘਰ, ਆਪਣੇ ਭਾਈ ਜਾਂ ਭੈਣ, ਪਿਤਾ ਜਾਂ ਮਾਤਾ, ਪਤਨੀ ਜਾਂ ਬੱਚੇ ਜਾਂ ਦੇਸ਼, ਮੇਰੇ ਜਾਂ ਖੁਸ਼ਖਬਰੀ ਦੀ ਖਾਤਰ 100 ਗੁਣਾ ਜ਼ਿਆਦਾ ਪ੍ਰਾਪਤ ਕਰੇਗਾ, ਸਤਾਇਆ ਜਾਵੇਗਾ ਅਤੇ ਅੰਤ ਵਿੱਚ ਸਦੀਪਕ ਜੀਵਨ ਪ੍ਰਾਪਤ ਕਰੇਗਾ। ਬਿਮਾਰਾਂ ਨੂੰ ਚੰਗਾ ਕਰੋ, ਮਰੇ ਹੋਇਆਂ ਨੂੰ ਜ਼ਿੰਦਾ ਕਰੋ, ਕੋੜੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਮੁਫਤ ਵਿੱਚ ਤੁਹਾਨੂੰ ਮਿਲਿਆ ਹੈ, ਮੁਫਤ ਵਿੱਚ ਦਿਓ। ਮੈਂ ਤੁਹਾਨੂੰ ਭੇੜਾਂ ਦੇ ਵਾਂਗ ਬਗਿਆੜਾਂ ਵਿੱਚ ਭੇਜਦਾ ਹਾਂ। ਇਸ ਲਈ ਸੱਪਾਂ ਦੇ ਵਾਂਗ ਚਲਾਕ ਅਤੇ ਕਬੂਤਰ ਦੇ ਵਾਂਗ ਭੋਲੇ ਬਣੋ, ਕਿਉਂਕਿ ਸਾਰੇ ਤੁਹਾਨੂੰ ਕਬੂਲ ਨਹੀਂ ਕਰਨਗੇ। ਜੋ ਕੋਈ ਮਨੁੱਖਾਂ ਦੇ ਸਾਹਮਣੇ ਮੇਰਾ ਇਕਰਾਰ ਕਰੇਗਾ, ਮੈਂ ਵੀ ਆਪਣੇ ਸਵਰਗੀ ਪਿਤਾ ਦੇ ਸਾਹਮਣੇ ਉਸ ਦਾ ਇਕਰਾਰ ਕਰਾਂਗਾ। ਪਰ ਜੋ ਮੇਰਾ ਇਨਕਾਰ ਕਰੇਗਾ, ਮੈਂ ਵੀ ਆਪਣੇ ਸਵਰਗੀ ਪਿਤਾ ਦੇ ਸਾਹਮਣੇ ਉਸ ਦਾ ਇਕਰਾਰ ਕਰਾਂਗਾ।
ਜੋ ਕੋਈ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗਵਾ ਦੇਵੇਗਾ, ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗਵਾਏ ਉਹ ਉਸ ਨੂੰ ਲੱਭ ਲਵੇਗਾ। ਉਹ ਜੋ ਤੁਹਾਨੂੰ ਕਬੂਲ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ ਹੈ, ਅਤੇ ਉਹ ਜੋ ਮੈਨੂੰ ਕਬੂਲ ਕਰਦਾ ਹੈ ਉਹ ਮੇਰੇ ਪਿਤਾ ਨੂੰ ਕਬੂਲ ਕਰਦਾ ਹੈ ਜਿਸ ਨੇ ਮੈਨੂੰ ਘੱਲਿਆ ਹੈ। ਇਸ ਤਰ੍ਹਾਂ ਅਸੀਂ ਦੋ ਦੋ ਕਰਕੇ ਗਏ ਉਸ ਦੇ ਸੰਦੇਸ਼ ਦਾ ਪ੍ਰਚਾਰ ਕਰਨ ਦੇ ਲਈ, ਜਿਵੇਂ ਕਿ ਸਾਨੂੰ ਕਿਹਾ ਗਿਆ ਸੀ, ਅਤੇ ਲੋਕਾਂ ਨੇ ਇਸ ਨੂੰ ਖੁਸ਼ੀ-ਖੁਸ਼ੀ ਕਬੂਲ ਕੀਤਾ। ਜ਼ਿਆਦਾਤਰ ਲੋਕਾਂ ਨੇ ਕਬੂਲ ਕੀਤਾ। ਗਲੀਲ, ਦਿਕਾਪੁਲਿਸ, ਯਰੂਸ਼ਲਮ, ਇੱਥੋਂ ਤੱਕ ਕਿ ਯਰਦਨ ਦੇ ਪਾਰ ਵੀ ਏਦਾਂ ਲੱਗਦਾ ਹੈ ਕਿ ਜਿਵੇਂ ਇਹ ਪੂਰਾ ਸੰਸਾਰ ਹੀ ਇਸ ਯਿਸੂ ਨਾਸਰੀ ਦੇ ਪਿੱਛੇ ਜਾ ਰਿਹਾ ਹੈ। ਕੀ ਤੂੰ ਸਿਰਫ ਗੌਰ ਕੀਤਾ ਹੈ? ਖੈਰ, ਅਸੀਂ ਆਖਿਰ ਕਰਨ ਕੀ ਵਾਲੇ ਹਾਂ? ਮੈਂ ਇਹੀ ਸੋਚ ਰਿਹਾ ਹਾਂ। ਵੈਸੇ ਅਸੀਂ ਇੱਥੇ ਬਿਨਾਂ ਕੁਝ ਕੀਤੇ ਬੈਠੇ ਨਹੀਂ ਰਹਿ ਸਕਦੇ। ਮਾਸਟਰ ਜ਼ੇਰਾ, ਕੀ ਹੋ ਗਿਆ? ਕੀ ਤੂੰ ਦੇਖ ਨਹੀਂ ਸਕਦਾ ਅਸੀਂ ਇੱਥੇ ਸਭਾ ਕਰ ਰਹੇ ਹਾਂ? ਦੱਸੋ ਕੀ ਗੱਲ ਹੈ? ਮੈਨੂੰ ਵਿਚਕਾਰ ਆਉਣ ਲਈ ਮਾਫ ਕਰੋ, ਪਰ ਇੱਕ ਝੁੰਡ ਆਇਆ ਹੈ ਇੱਕ ਇਸਤਰੀ ਨੂੰ ਲੈ ਕੇ ਜੋ ਜ਼ਨਾ ਕਰਦੇ ਫੜੀ ਗਈ ਹੈ, ਅਤੇ ਉਹ ਵੀ ਇੱਕਦਮ ਰੰਗੇ ਹੱਥ, ਅਤੇ ਉਹ ਉਸ ਨੂੰ ਲੈ ਕੇ ਇੱਥੇ ਆਏ ਹਨ। ਖੈਰ, ਤਾਂ ਫੇਰ ਕੀ ਹੋ ਗਿਆ? ਤੈਨੂੰ ਪਤਾ ਹੈ ਸ਼ਰਾ ਕੀ ਆਖਦੀ ਹੈ? ਕਿਸੇ ਹੋਰ ਨੂੰ ਆਖੋ, ਪਥਰਾਅ ਕਰੋ ਉਸ ਤੇ। ਠੀਕ ਹੈ। ਖੈਰ, ਤਾਂ ਅਸੀਂ ਇਸ ਯਿਸੂ ਦੇ ਬਾਰੇ ਕੀ ਕਰੀਏ? ਉਹ ਸਾਡੇ ਪ੍ਰਭਾਵ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਰਿਹਾ, ਸਾਡੇ ਤੋਂ ਦੂਰ। ਰੁਕੋ, ਵਾਪਸ ਆਓ ਇੱਥੇ। ਕਿੱਥੇ ਜਾ ਰਿਹਾ ਤੂੰ? ਇਹ ਬਹੁਤ ਹੀ ਖਾਸ ਹੈ। ਉਸ ਬੇਚਾਰਨ ਇਸਤਰੀ ਨੂੰ, ਉਸ ਨੂੰ ਆਪਣੇ ਨਾਲ ਲੈ ਕੇ ਸਾਡੇ ਨਾਲ ਆ। ਪਰ ਕੀ ਹੋਵੇਗਾ? ਤੂੰ ਥੋੜੀ ਦੇਰ ਲਈ ਚੁੱਪ ਰਹੇਗਾ? ਮੈਨੂੰ ਇੱਕ ਗੱਲ ਸੁੱਚੀ ਹੈ। ਆਓ। ਤੁਸੀਂ ਆਪਣੇ ਜੀਆਂ ਵਿੱਚ ਆਰਾਮ ਪਾਓਗੇ ਕਿਉਂਕਿ ਮੇਰਾ ਜੁੱਲਾ ਹਲਕਾ ਹੈ। ਸੱਚਮੁੱਚ? ਕੀ ਮਤਲਬ ਹੈ ਇਹਦਾ? ਯਿਸੂ ਅੰਨੇ ਲੋਕਾਂ ਦੀਆਂ ਅੱਖਾਂ ਖੋਲਦਾ ਹੈ ਨਾ? ਤਾਂ ਫਿਰ ਅਸੀਂ ਵੀ ਅੰਨਿਆਂ ਦੀਆਂ ਅੱਖਾਂ ਖੋਲਾਂਗੇ, ਉਸ ਦੇ ਇਹਨਾਂ ਸਾਰਿਆਂ ਚੇਲਿਆਂ ਦੀਆਂ। ਹਟੋ, ਹਟ ਜਾਓ ਰਸਤੇ ਵਿੱਚੋਂ, ਹਟ ਜਾਓ ਰਸਤੇ ਵਿੱਚੋਂ। ਰੱਬੀ, ਇਹ ਔਰਤ ਨੂੰ, ਇਸ ਨੂੰ ਜਨਾਹ ਕਰਦੇ ਹੋਏ ਇਸ ਨੂੰ ਰੰਗੇ ਹੱਥੀਂ ਫੜਿਆ ਹੈ। ਤੁਸੀਂ ਜਾਣਦੇ ਹੋ ਕਿ ਮੂਸਾ ਦੀ ਸ਼ਰਅ ਇਹ ਹੁਕਮ ਦਿੰਦੀ ਹੈ ਕਿ ਇਹੋ ਜਿਹੀ ਇਸਤਰੀ ਤੇ ਪਥਰਾਅ ਕੀਤਾ ਜਾਵੇ। ਹੁਣ ਰੱਬੀ, ਤੁਸੀਂ ਕੀ ਕਹਿੰਦੇ ਹੋ? ਉਹ ਜਿਸਨੇ ਕਦੇ ਪਾਪ ਨਹੀਂ ਕੀਤਾ ਉਹ ਇਸ ਨੂੰ ਪਹਿਲਾ ਪੱਥਰ ਮਾਰੇ। चलो चलिए। हे स्त्री, तेरे ते दोष लाउण वाले किथे गए? कि किसी ने तेनू दंड दी आज्ञा नहीं दिती? किसी ने नहीं प्रभु। फिर मैं भी तेनू दंड दी आज्ञा नहीं दिंदा। जा अते फिर पाप ना करे। धन्यवाद। ਤੁਸੀਂ ਇਸ ਤੋਂ ਕੀ ਸਮਝਦੇ ਹੋ? ਕੁਝ ਕਹਿਣ ਸੁਣਨ ਦੀ ਲੋੜ ਨਹੀਂ। ਦੇਖੋ ਉਸ ਦੇ ਵੱਲ, ਉਸਨੇ ਉਸ ਨੂੰ ਉਸਦੇ ਪਾਪਾਂ ਦੇ ਲਈ ਮਾਫ ਕਰ ਦਿੱਤਾ ਏ। ਉਸ ਦਾ ਦਿਲ ਸ਼ਾਂਤੀ ਨਾਲ ਭਰ ਗਿਆ ਏ। ਉਹ ਹੁਣ ਇੱਕ ਅਲੱਗ ਹੀ ਇਸਤਰੀ ਬਣ ਗਈ ਹੈ। ਹੁਣੇ ਮੈਂ ਅਤੇ ਤੂੰ ਇੱਕ ਚਮਤਕਾਰ ਦੇ ਗਵਾਹ ਬਣੇ ਹਾਂ। ਇੱਕ ਟੁੱਟਾ ਹੋਇਆ ਜੀਵਨ ਸੰਪੂਰਨ ਬਣ ਗਿਆ ਹੈ। ਅਦਭੁਤ। मैं आप इस व्यक्ति नाल गल करना चाहांगा।
स्वामी निकोदेमुस, मैं इत्थे रब्बी दे नाल मिलन आया हां, उस नाल गल करन। रब्बी मैं ਮੰਨਦਾ ਹਾਂ ਕਿ ਤੁਸੀਂ ਪਰਮੇਸ਼ਰ ਦੁਆਰਾ ਭੇਜੇ ਗਏ ਗੁਰੂ ਹੋ। ਜੇਕਰ ਇਦਾਂ ਨਾ ਹੁੰਦਾ ਤਾਂ ਕਿਸੇ ਦੇ ਲਈ ਇਦਾਂ ਦਾ ਚਮਤਕਾਰ ਕਰਨਾ ਸੰਭਵ ਨਹੀਂ ਹੁੰਦਾ ਜੋ ਤੁਸੀਂ ਕਰ ਰਹੇ ਹੋ। ਮੈਂ ਖੁਦ ਪਰਮੇਸ਼ਰ ਦੇ ਕੰਮ ਨੂੰ ਦੇਖ ਰਿਹਾ ਹਾਂ, ਤੁਹਾਡੇ ਚੇਲਿਆਂ ਦੇ ਦਿਲਾਂ ਵਿੱਚ ਅਤੇ ਤੁਹਾਡੇ ਵਿੱਚ ਵੀ। ਸੱਚ ਤਾਂ ਇਹ ਹੈ ਕਿ ਕੋਈ ਪਰਮੇਸ਼ਰ ਦੇ ਰਾਜ ਨੂੰ ਨਹੀਂ ਦੇਖ ਸਕਦਾ ਜਦੋਂ ਤੱਕ ਉਹ ਨਵੇਂ ਸਿਰਿਓਂ ਜਨਮ ਨਹੀਂ ਲੈਂਦਾ। ਪਰ ਕੋਈ ਨਵੇਂ ਸਿਰਿਓਂ ਜਨਮ ਕਿਵੇਂ ਲੈ ਸਕਦਾ ਹੈ ਜਦੋਂ ਉਹ ਬੁੱਢਾ ਹੋ ਗਿਆ ਹੈ? ਜੋ ਸਰੀਰ ਤੋਂ ਜਨਮਿਆ ਹੈ ਉਹ ਸਰੀਰ ਹੈ, ਅਤੇ ਜੋ ਆਤਮਾ ਤੋਂ ਜਨਮਿਆ ਹੈ ਉਹ ਆਤਮਾ ਹੈ। ਪਰ ਇਹ ਕਿਵੇਂ ਹੋ ਸਕਦਾ ਹੈ? ਤੂੰ ਇਜ਼ਰਾਈਲੀਆਂ ਦਾ ਗੁਰੂ ਹੋ ਕੇ ਵੀ ਇਹ ਗੱਲਾਂ ਨਹੀਂ ਸਮਝ ਪਾ ਰਿਹਾ ਹੈ? ਤੈਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਪਵੇਗਾ ਨਿਕੋਦੇਮਸ, ਆਪਣੇ ਦਿਲ ਵਿੱਚ। ਤਾਂ ਉਹ ਇੱਕ ਗੁਰੂ ਸੀ, ਬਿਮਾਰਾਂ ਨੂੰ ਚੰਗਾਈ ਦਿੰਦਾ ਸੀ ਤੇ ਦਿਲ ਦੀਆਂ ਬਿਮਾਰੀਆਂ ਨੂੰ। ਮੈਨੂੰ ਤਾਂ ਇਹੋ ਲੱਗਦਾ ਹੈ ਇਹਨਾਂ ਕਿ ਤੁਹਾਡੇ ਧਰਮ ਗੁਰੂਆਂ ਨੇ ਵੀ ਉਸ ਦੀ ਸਲਾਹ ਲਈ। ਲੋਕ ਉਸ ਨੂੰ ਬਹੁਤ ਚਾਹੁੰਦੇ ਸਨ। ਉਸ ਦਾ ਜਸ ਫੈਲ ਗਿਆ ਅਤੇ ਲੋਕ ਹਰ ਥਾਂ ਤੇ ਉਸ ਨੂੰ ਸੁਣਨ ਦੇ ਲਈ ਆਏ, ਆਪਣੇ ਦਿਲਾਂ ਨੂੰ ਤ੍ਰਿਪਤ ਕਰਨ ਦੇ ਨਾਲ-ਨਾਲ ਆਪਣਾ ਭੇਟ ਭਰਨ ਲਈ ਵੀ। ਉਸ ਨੇ ਸਾਰਿਆਂ ਨੂੰ ਰਜਾਇਆ, ਇਹ ਜਾਣਦੇ ਹੋਏ ਕਿ ਇੰਨਾ ਲੰਬਾ ਪੌੜਾ ਕਰਨ ਤੋਂ ਬਾਅਦ ਉਹ ਥੱਕੇ ਹੋਏ ਸਨ। ਉਸਨੇ 2 ਰੋਟੀਆਂ ਅਤੇ 5 ਮਛਲੀਆਂ ਲਈਆਂ ਅਤੇ 5000 ਤੋਂ ਵੱਧ ਲੋਕਾਂ ਨੂੰ ਖਵਾਈਆਂ। 5000? ਹਾਂ, ਦੂਜੀ ਵਾਰ 3000 ਨੂੰ। ਉਸ ਤੋਂ ਬਾਅਦ ਲੋਕ ਉਸ ਨੂੰ ਇਜ਼ਰਾਈਲ ਦੇ ਰਾਜਾ ਦਾ ਮੁਕਟ ਪਹਿਨਾਉਣਾ ਚਾਹੁੰਦੇ ਸਨ। ਸੱਚ ਹੈ, ਇਹ ਉਹੀ ਨਬੀ ਹੈ ਜਿਹੜਾ ਆਉਣ ਵਾਲਾ ਸੀ। ਹੋਰ ਕੌਣ ਇਹੋ ਜਿਹੇ ਚਮਤਕਾਰ ਕਰ ਸਕਦਾ ਹੈ ਅਤੇ ਇਹੋ ਜਿਹੇ ਇਖਤਿਆਰ ਨਾਲ ਵੀ ਗੱਲ ਕਰ ਸਕਦਾ ਹੈ? ਉਹੀ ਮਸੀਹਾ ਹੈ, ਇਜ਼ਰਾਈਲ ਦਾ ਰਾਜਾ। ਇਹੀ ਉਹ ਮਸੀਹਾ ਹੈ, ਯਿਸੂ ਮਸੀਹ, ਇਜ਼ਰਾਈਲ ਦਾ ਰਾਜਾ। ਉਸ ਦੇ ਕੁਝ ਚੇਲਿਆਂ ਨੇ ਵੀ ਇਹੋ ਧਾਰਨਾ ਅਪਣਾਈ। ਇਜ਼ਰਾਈਲ ਦਾ ਰਾਜਾ। ਪ੍ਰਭੂ, ਸਾਨੂੰ ਯਰੂਸ਼ਲਮ ਜ਼ਰੂਰ ਜਾਣਾ ਚਾਹੀਦਾ ਹੈ। ਤੁਹਾਡੀ ਕਿਰਪਾ ਹਰ ਜਗ੍ਹਾ ਹੈ। ਹਾਂ, ਅਸੀਂ ਯਰੂਸ਼ਲਮ ਜਾਵਾਂਗੇ। ਕੀ ਗੱਲ ਹੈ? ਅਤੇ ਉੱਥੇ ਮੈਨੂੰ ਬਹੁਤ ਦੁੱਖ ਸਹਿਣਾ ਪਵੇਗਾ। ਉੱਥੇ ਦੇ ਆਗੂ, ਮਹਾਜਾਜਕ ਅਤੇ ਸ਼ਰਾਹ ਦੇ ਸਿਖਾਉਣ ਵਾਲੇ ਮੈਨੂੰ ਠੁਕਰਾ ਦੇਣਗੇ। ਨਹੀਂ। ਅਤੇ ਉੱਥੇ ਮੈਨੂੰ ਮਰਨਾ ਪਵੇਗਾ। ਨਹੀਂ, ਨਹੀਂ ਪ੍ਰਭੂ। ਅਤੇ ਤੀਜੇ ਦਿਨ ਮੈਂ ਫੇਰ ਜੀ ਉਠਾਂਗਾ। ਇਹ ਤਾਂ ਉਸ ਦੇ ਚੇਲੇ ਨਹੀਂ ਸੁਣਨਾ ਚਾਹੁੰਦੇ ਸੀ। ਕਈਆਂ ਨੇ ਸੋਚਿਆ ਸੀ ਕਿ ਯਿਸੂ ਇੱਕ ਦੁਨਿਆਵੀ ਰਾਜ ਸਥਾਪਿਤ ਕਰਨ ਵਾਲਾ ਹੈ, ਪਰ ਯਿਸੂ ਦਾ ਇੱਕ ਅਲੱਗ ਹੀ ਨਿਸ਼ਾਨਾ ਸੀ। ਜੋ ਕੋਈ ਵੀ ਤੁਹਾਡੇ ਵਿੱਚੋਂ ਵੱਡਾ ਬਣਨਾ ਚਾਹੁੰਦਾ ਹੈ, ਉਸ ਨੂੰ ਸੇਵਕ ਬਣਨਾ ਪਵੇਗਾ, ਅਤੇ ਜੋ ਕੋਈ ਵੀ ਪਹਿਲਾ ਬਣਨਾ ਚਾਹੁੰਦਾ ਹੈ, ਉਸ ਨੂੰ ਦਾਸ ਬਣਨਾ ਪਵੇਗਾ। ਜਿਵੇਂ ਮੈਂ ਤੁਹਾਡੇ ਵਿੱਚ ਸੇਵਾ ਕਰਵਾਉਣ ਦੇ ਲਈ ਨਹੀਂ, ਬਲਕਿ ਸੇਵਾ ਕਰਨ ਅਤੇ ਬਹੁਤਿਆਂ ਦੇ ਲਈ ਆਪਣਾ ਜੀਵਨ ਦੇਣ ਲਈ ਆਇਆ ਹਾਂ। ਬਹੁਤ ਸਾਰੇ ਲੋਕ ਹੈਰਾਨ ਹੋਏ ਅਤੇ ਬਹੁਤ ਸਾਰੇ ਉਦਾਸ ਅਤੇ ਕੁਝ ਨਾਰਾਜ਼ ਵੀ ਹੋਏ। ਬਹੁਤ ਸਾਰੀਆਂ ਗੱਲਾਂ ਜੋ ਯਿਸੂ ਨੇ ਸਿਖਾਈਆਂ ਲੋਕਾਂ ਦੇ ਲਈ ਸੁਣਨੀਆਂ ਮੁਸ਼ਕਲ ਹੋ ਗਈਆਂ। ਆਪਣੇ ਦੁਸ਼ਮਣਾਂ ਨਾਲ ਪ੍ਰੇਮ ਕਰੋ, ਜੋ ਨਫ਼ਰਤ ਕਰਦੇ ਹਨ ਉਹਨਾਂ ਦਾ ਭਲਾ ਕਰੋ। ਮੈਂ ਜਾਣਦਾ ਤੁਹਾਡੇ ਵਿੱਚੋਂ ਕੁਝ ਲੋਕ ਇਸ ਲਈ ਮੇਰੇ ਪਿੱਛੇ ਚੱਲਦੇ ਹਨ ਕਿਉਂਕਿ ਤੁਸੀਂ ਉਹ ਰੋਟੀਆਂ ਤੇ ਮੱਛੀਆਂ ਖਾਧੀਆਂ ਤੇ ਤ੍ਰਿਪਤ ਹੋ ਗਏ ਹੋ। ਉਸ ਭੋਜਨ ਦੇ ਲਈ ਕੰਮ ਨਾ ਕਰੋ ਜੋ ਨਾਸ ਹੋ ਜਾਂਦਾ ਹੈ, ਪਰ ਉਸ ਭੋਜਨ ਦੇ ਲਈ ਜੋ ਸਦੀਪਕ ਜੀਵਨ ਦਿੰਦਾ ਹੈ, ਅਤੇ ਉਹ ਮੈਂ ਤੁਹਾਨੂੰ ਦਿੰਦਾ ਹਾਂ। ਜੀਵਨ ਦੀ ਰੋਟੀ ਮੈਂ ਹਾਂ ਜੋ ਸਵਰਗ ਤੋਂ ਆਈ ਹੈ। ਜੇਕਰ ਕੋਈ ਇਸ ਰੋਟੀ ਵਿੱਚੋਂ ਖਾਂਦਾ ਹੈ, ਉਹ ਸਦਾ ਦੇ ਲਈ ਜੀਵੇਗਾ, ਅਤੇ ਜੋ ਰੋਟੀ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰਾ ਸਰੀਰ ਹੈ ਜੋ ਮੈਂ ਸੰਸਾਰ ਦੇ ਜੀਵਨ ਦੇ ਲਈ ਦੇਵਾਂਗਾ। ਕੁਝ ਲੋਕ ਉਸ ਤੋਂ ਦੂਰ ਹੋਣ ਲੱਗੇ ਕਿਉਂਕਿ ਉਹ ਇੱਕ ਦੁਨਿਆਵੀ ਰਾਜਾ ਚਾਹੁੰਦੇ ਸਨ। ਉਹ ਯਿਸੂ ਦੀ ਸਿੱਖਿਆ ਨੂੰ ਠੁਕਰਾਉਣ ਲੱਗ ਪਏ। ਇੱਥੋਂ ਤੱਕ ਕਿ 12 ਵਿੱਚੋਂ ਇੱਕ ਨੇ ਸ਼ੈਤਾਨ ਦੇ ਪਰਤਾਵੇ ਵਿੱਚ ਪੈ ਕੇ ਮਾਮਲਾ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਜੇਕਰ ਕੋਈ
ਤੈਰਿਆ ਚਾਂਦੀ ਦੇ 30 ਸਿੱਕੇ ਅਤੇ ਮੈਂ ਯੀਸ਼ੂ ਨੂੰ ਤੁਹਾਡੇ ਹੱਥ ਵਿੱਚ ਸੌਂਪ ਦੇਵਾਂਗਾ। ਸਾਨੂੰ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਯੀਸ਼ੂ ਹਾਲੇ ਵੀ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੈ। ਸਾਨੂੰ ਸਮਝਦਾਰੀ ਵਰਤਣੀ ਪਵੇਗੀ ਤਾਂ ਕਿ ਅਸੀਂ ਲੋਕਾਂ ਨੂੰ ਉਸ ਦੇ ਵਿਰੁੱਧ ਕਰ ਸਕੀਏ। कौन है वो आदमी? ये यीशु है, यीशु नासरी यही हो है। वो चमत्कारी मनुष्य। ਇੱਕ ਭੀੜ ਇਕੱਠੀ ਕਰਦਾ ਹੈ ਤੇ ਉਹਨਾਂ ਨੂੰ ਇਸ ਦੇ ਲਈ ਉਤਸ਼ਾਹਿਤ ਕਰਦਾ ਹੈ। ਮੈਂ ਤੁਹਾਨੂੰ ਦੱਸ ਦੇਵਾਂ, ਗੱਲ ਵੱਸੋਂ ਬਾਹਰ ਹੁੰਦੀ ਜਾ ਰਹੀ ਹੈ। ਇਹਨਾਂ ਚੀਜ਼ਾਂ ਦੀ ਕੀਮਤ ਨਹੀਂ ਹੈ। ਤੁਸੀਂ ਲੈਣੀ ਹੈ ਤਾਂ ਲਓ, ਨਹੀਂ ਤਾਂ ਛੱਡ ਦਿਓ ਇਹਨੂੰ। ਇਹ ਤਾਂ ਹੱਦ ਹੋ ਗਈ। ਇਹ ਤਾਂ ਦੋ ਤਮੜੀ ਦਾ ਵੀ ਨਹੀਂ ਹੈ। ਤੂੰ ਸੁਣਿਆ ਨਹੀਂ? ਪੈਸੇ ਨਹੀਂ ਤਾਂ ਕਬੂਤਰ ਨਹੀਂ, ਪਾਪ ਦੀ क्षमा ਨਹੀਂ, ਤੇਰੀ ਮਰਜ਼ੀ। ਅਗਲਾ ਆਓ। ਸਾਨੂੰ ਕੁਝ ਕਰਨਾ ਪਵੇਗਾ ਤੇ ਉਹ ਵੀ ਛੇਤੀ। ਪਰ ਮੈਂ ਤਾਂ ਬਲੀ ਦੇ ਲਈ ਆਪਣੇ ਕਬੂਤਰ ਲਿਆਈ ਹਾਂ, ਮੈਂ ਉਹ ਨਹੀਂ ਖਰੀਦ ਸਕਦੀ। केवल ਉਹਨਾਂ ਜਾਨਵਰਾਂ ਨੂੰ ਇਸ ਮੰਦਿਰ ਵਿੱਚ ਲੈ ਜਾਣ ਦੀ ਇਜਾਜ਼ਤ ਹੈ ਜੋ ਇੱਥੇ ਵੇਚੇ ਜਾਂਦੇ ਹਨ। ਪਰ ਕਿਉਂ? ਕਿਉਂਕਿ ਫਰੀਸੀ ਏਦਾਂ ਕਹਿੰਦੇ ਹਨ। ਇਸ ਲਈ ਹੁਣ ਪੈਸੇ ਦੇ। प्रभु, क्यों तू ऐदा कीता? मेरे पिता दे घर नूं व्यापारियां दा घर ना बनाओ। ਇਹ घर तां प्रार्थना दा घर है। ए लो, ਇਹਨਾਂ ਸਭ ਨੂੰ ਬਾਹਰ ਕੱਢੋ। ਕਿਵੇਂ ਤੁਸੀਂ ਇਹਨਾਂ ਭੋਲੇ ਲੋਕਾਂ ਦਾ ਫਾਇਦਾ ਉਠਾ ਸਕਦੇ ਹੋ? ਕਿ ਤੁਹਾਨੂੰ ਪਰਮੇਸ਼ਰ ਦਾ ਡਰ ਨਹੀਂ ਹੈ? ਇਹ ਸਭ ਬਾਹਰ ਕੱਢੋ। ਰੁਕੋ। ਮੈਂ ਪੁੱਛਦਾ ਕੀ ਮਤਲਬ ਹੈ? ਕੀ ਮਤਲਬ ਇਹਦਾ? ਇਹ ਲਿਖਿਆ ਹੈ ਕਿ ਮੇਰਾ ਮੰਦਿਰ ਪ੍ਰਾਰਥਨਾ ਦਾ ਘਰ ਹੋਵੇਗਾ, ਪਰ ਤੁਸੀਂ ਉਸ ਨੂੰ ਡਾਕੂਆਂ ਦੀ ਖੋਹ ਬਣਾ ਦਿੱਤਾ ਹੈ। ਯੀਸ਼ੂ ਨਾਸਰੀ, ਕਿਸ ਇਖਤਿਆਰ ਨਾਲ ਤੂੰ ਇਹ ਸਭ ਕਰ ਰਿਹਾ ਹੈ? ਕਿਸ ਇਖਤਿਆਰ ਨਾਲ? ਇਸ ਮੰਦਿਰ ਨੂੰ ਢਾਹ ਦਿਓ ਅਤੇ ਮੈਂ ਇਸ ਨੂੰ 3 ਦਿਨਾਂ ਵਿੱਚ ਫੇਰ ਖੜਾ ਕਰ ਦਿਆਂਗਾ। ਕੀ? ਇਸ ਮੰਦਿਰ ਨੂੰ ਬਣਾਉਣ ਨੂੰ 40 ਸਾਲ ਲੱਗੇ ਤੇ ਤੂੰ ਇਸ ਨੂੰ 3 ਦਿਨਾਂ 'ਚ ਖੜਾ ਕਰ ਦੇਵੇਂਗਾ? ਪਾਗਲ ਇਨਸਾਨ ਹੈ ਤੂੰ। ਹਾਏ ਹੈ ਤੁਹਾਡੇ ਉੱਤੇ ਗ੍ਰੰਥੀਓ ਤੇ ਫਰੀਸੀਓ, ਪਖੰਡੀਓ। ਤੁਸੀਂ ਕਲੀ ਕੀਤੀਆਂ ਹੋਈਆਂ ਕਬਰਾਂ ਹੋ। ਤੁਸੀਂ ਬਾਹਰੋਂ ਸੋਹਣੇ ਲੱਗਦੇ ਹੋ, ਪਰ ਅੰਦਰੋਂ ਤੁਸੀਂ ਮਰੇ ਹੋਏ ਇਨਸਾਨ ਦੀਆਂ ਹੱਡੀਆਂ ਹੋ। ਹਾਏ ਹੈ ਤੁਹਾਡੇ ਉੱਤੇ। ਤੁਸੀਂ ਸਵਰਗ ਦੇ ਰਾਜ ਨੂੰ ਮਨੁੱਖਾਂ ਦੇ ਲਈ ਬੰਦ ਕਰ ਦਿੰਦੇ ਹੋ ਆਪਣੇ ਹੀ ਨਿਯਮਾਂ ਨਾਲ, ਉਹ ਨਿਯਮ ਜਿਨ੍ਹਾਂ ਦਾ ਪਾਲਨ ਤੁਸੀਂ ਖੁਦ ਨਹੀਂ ਕਰ ਸਕਦੇ, ਅਤੇ ਤੁਸੀਂ ਪਰਮੇਸ਼ਰ ਦੇ ਸਭ ਤੋਂ ਮਹੱਤਵਪੂਰਨ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰਦੇ ਹੋ, ਜਿਵੇਂ ਕਿ ਧਾਰਮਿਕ ਨਿਆਂ, ਦਇਆ ਅਤੇ ਵਿਸ਼ਵਾਸ। ਹੇ ਯਰੂਸ਼ਲਮ, ਤੂੰ ਨਬੀਆਂ ਨੂੰ ਜਾਨੋਂ ਮਾਰ ਦਿੱਤਾ ਅਤੇ ਉਹਨਾਂ ਤੇ ਪਥਰਾਓ ਕੀਤਾ ਜਿਨ੍ਹਾਂ ਨੂੰ ਮਦਦ ਦੇ ਲਈ ਭੇਜਿਆ ਗਿਆ ਸੀ। ਕਿੰਨੇ ਵਾਰ ਮੈਂ ਤੈਨੂੰ ਸੰਭਾਲਿਆ ਜਿਵੇਂ ਕਿ ਕੁਕੜੀ ਆਪਣੇ ਚੂਚਿਆਂ ਨੂੰ ਸੰਭਾਲਦੀ ਹੈ ਆਪਣੇ ਖੰਭਾਂ ਹੇਠਾਂ, ਪਰ ਤੂੰ ਮੈਨੂੰ ਕਰਨ ਨਹੀਂ ਦੇਵੇਂਗਾ।
मैं कहना है बहुत वड्डा विद्रोह है ते साडी सत्ता दे ले खतरा। कुछ करना पवेगा। साडा कुछ ना करना ही यीशु दी पुष्टि करता है कि ऐसी बस खड़े देखते रहिए जदों ਉਹ ਸਾਡੇ ਲੋਕਾਂ ਨੂੰ ਭਟਕਾਵੇ। ਫਿਰ ਵੀ मैं उसकी सिक्ख्या विच अजिहा कुछ नहीं वेख्या जो साडा खंडन करे। मैं सहमत हाँ, उसकी सिक्ख्या बहुत ही ठोस है। ठोस? तू अजो खलबली नहीं वेखी? पर सानू ये स्वीकार करना पवेगा कि जानवरां नू बेचना हथों निकल चुका सी अते लोकां दी असंतुष्टि इस विषय विच कोई नवी गल नहीं है। शायद, पर मंदिर विच खलबली अगली वार ये कित्थों तक जावेगी? ਅਤੇ ਕੀ ਮੈਂ ਸਹੀ ਸੁਣਿਆ ਹੈ ਕਿ ਉਹ ਆਪਣੇ ਆਪ ਨੂੰ ਯਹੂਦੀਆਂ ਦਾ ਰਾਜਾ ਕਹਿੰਦਾ ਹੈ? ਤੁਹਾਡੇ ਕੋਲੋਂ ਮਾਫੀ ਚਾਹੁੰਦਾ ਹਾਂ ਕਿਆਫਾ, ਪਰ ਉਸ ਦੇ ਚੇਲਿਆਂ ਨੇ ਉਸ ਨੂੰ ਇਹ ਨਾਮ ਦਿੱਤਾ ਹੈ। ਫਿਰ ਵੀ ਉਸਨੇ ਇਸ ਤੋਂ ਇਨਕਾਰ ਨਹੀਂ ਕੀਤਾ ਜਿਸ ਨਾਲ ਉਸ ਤੇ ਦੇਸ਼ ਧਰੋਹ ਦਾ ਦੋਸ਼ ਲੱਗ ਸਕਦਾ ਹੈ। ਫਿਰ ਕੁਝ ਹੋਰ ਸੋਚੋ, ਬਜਾਏ ਪੂਰੇ ਦੇਸ਼ ਨੂੰ ਗੁਆਉਣ ਦੇ। ਬਿਹਤਰ ਹੋਵੇਗਾ ਕਿ ਇੱਕੋ ਮਨੁੱਖ ਨੂੰ ਮਰਨਾ ਪਵੇ। मैं सहमत हाँ क्याफा। ਤੇ ਮੈਂ ਵੀ। ਯੀਸ਼ੂ ਨਾਸਰੀ ਸਾਡੇ ਦੇਸ਼ ਤੇ ਮੁਸੀਬਤ ਤੇ ਸਿਵਾਏ ਹੋਰ ਕੁਝ ਨਹੀਂ ਲਿਆਵੇਗਾ। ਇਸ ਨੂੰ ਰਸਤੇ ਵਿੱਚੋਂ ਹਟਾਉਣਾ ਹੀ ਪਵੇਗਾ। ਜਿੰਨਾ ਜਲਦੀ ਉਨਾ ਹੀ ਬਿਹਤਰ। ਪਰ ਉਸ ਮੰਦਰ ਵਾਲੀ ਵਾਰਦਾਤ ਤੋਂ ਬਾਅਦ ਅਸੀਂ ਨਹੀਂ ਜਾਣਦੇ ਕਿ ਉਹ ਕਿੱਥੇ ਹੈ। पर मेरा मनना है कि मैं उसका पता लगा सकता हाँ कि वो किथे है। फिर पता ला। नहीं प्रभु, ये तो एक सेवक दा काम है, ਤੁਹਾਡੇ ਲਈ ਨਹੀਂ। ਸ਼ਮੌਨ ਪਤਰਸ, ਤੂੰ ਮੈਨੂੰ ਪ੍ਰਭੂ ਕਹਿੰਦਾ ਹੈ ਅਤੇ ਇਹ ਸਹੀ ਵੀ ਹੈ ਕਿਉਂਕਿ ਮੈਂ ਹੀ ਪ੍ਰਭੂ ਹਾਂ। ਹੁਣ ਕਿਉਂਕਿ ਮੈਂ ਤੇਰੇ ਪ੍ਰਭੂ ਅਤੇ ਗੁਰੂ ਨੇ ਤੇਰੇ ਪੈਰ ਧੋਤੇ ਹਨ, ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ। ਮੈਂ ਤੁਹਾਡੇ ਸਾਹਮਣੇ ਇੱਕ ਨਮੂਨਾ ਪੇਸ਼ ਕੀਤਾ ਹੈ ਕਿ ਤੁਹਾਨੂੰ ਵੀ ਉਹ ਕਰਨਾ ਚਾਹੀਦਾ ਜੋ ਮੈਂ ਤੁਹਾਡੇ ਲਈ ਕੀਤਾ ਹੈ। ਇਸੇ ਨਾਲ ਇਹ ਸਾਰੇ ਮਨੁੱਖ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ ਜੇਕਰ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋਗੇ। ਮੈਨੂੰ ਇਹ ਖੁਸ਼ੀ ਹੈ ਕਿ ਮੈਂ ਇਹ ਸਮਾਂ ਤੁਹਾਡੇ ਨਾਲ ਬਿਤਾ ਸਕਿਆ। प्रभु की गल है? ਤੁਹਾਡੇ ਵਿੱਚੋਂ ਇੱਕ ਜਣਾ ਮੈਨੂੰ ਧੋਖਾ ਦੇਵੇਗਾ। उसने की कहा असंभव, मैं उसकी धोखा नहीं देगा। प्रभु वो कौन है कि वो मैं हाँ? ਉਹ ਜਿਸ ਨੂੰ ਮੈਂ ਇਹ ਰੋਟੀ ਦੇਵਾਂਗਾ ਉਹ ਮੈਨੂੰ ਧੋਖਾ ਦੇਵੇਗਾ। जो तू करन वाला है वो जल्दी कर। लो ਅਤੇ ਖਾਓ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਤੋੜਿਆ ਜਾਂਦਾ ਹੈ। ਇਹ ਮੇਰਾ ਲਹੂ ਹੈ ਜੋ ਬਹੁਤਿਆਂ ਦੇ ਲਈ ਵਹਾਇਆ ਜਾਏਗਾ ਅਤੇ ਪਾਪਾਂ ਦੀ ਮਾਫੀ ਦੇ ਲਈ।
हुण वो कित्थे है? ਅੱਜ ਰਾਤ ਹੀ ਤੁਸੀਂ ਸਾਰੇ ਮੇਰੇ ਕਾਰਨ ਠੋਕਰ ਖਾਓਗੇ, ਕਿਉਂਕਿ ਇਹ ਲਿਖਿਆ ਹੈ, ਮੈਂ ਅਯਾਲੀ ਨੂੰ ਮਾਰਾਂਗਾ ਅਤੇ ਜੜ ਭੇਡਾਂ ਖਿਲਰ ਜਾਣਗੀਆਂ, ਪਰ ਜੀ ਉੱਠਣ ਦੇ ਮਗਰੋਂ ਮੈਂ ਤੁਹਾਡੇ ਅੱਗੇ ਗਲੀਲ ਨੂੰ ਜਾਵਾਂਗਾ। ਭਾਵੇਂ ਤੇਰੇ ਕਾਰਨ ਸਭ ਠੋਕਰ ਖਾਣ, ਮੈਂ ਕਦੇ ਠੋਕਰ ਨਹੀਂ ਖਾਵਾਂਗਾ, ਕਦੇ ਨਹੀਂ। ਪਤਰਸ, ਸ਼ੈਤਾਨ ਤੈਨੂੰ ਕਣਕ ਦੀ ਤਰ੍ਹਾਂ ਫਟਕਣਾ ਚਾਹੁੰਦਾ ਹੈ, ਪਰ ਮੈਂ ਤੇਰੇ ਲਈ ਪ੍ਰਾਰਥਨਾ ਕੀਤੀ ਹੈ ਕਿ ਤੇਰਾ ਵਿਸ਼ਵਾਸ ਨਾ ਡਗਮਗਾਏ, ਅਤੇ ਜਦੋਂ ਤੂੰ ਤਗੜਾ ਹੋਵੇਂ ਤਾਂ ਆਪਣੇ ਭਾਈਆਂ ਦਾ ਉਤਸ਼ਾਹ ਵਧਾਵੀਂ। ਮੈਂ ਤੁਹਾਡੇ ਲਈ ਜਾਨ ਵੀ ਦੇ ਦਿਆਂਗਾ ਪ੍ਰਭੂ। ਪਤਰਸ, ਅੱਜ ਸਵੇਰੇ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਂਗਾ। ਕਦੇ ਨਹੀਂ, ਕਦੇ ਨਹੀਂ। हे पिता, जे तू चाहता है ता ये प्याला मैथों हटा दे, ता भी मेरी मर्जी नहीं पर तेरी मर्जी पूरी होवे। प्रभु, वो घड़ी आ पहुंची है, वो जो मैनू धोखा देने वाला है आ गया है। की हो रहा है? यहूदा, इत्थे की हो रहा है? यहूदा रुको, ये सिपाही क्यों आए हन? रब्बी, यहूदा, की तू मैनू चुम के फड़वाना चाहता है? ये की हो रहा है? यीशु नहीं। तुसी किसनू लब रहे हो? यीशु नासरी नू। ओ मैं ही हां। कि तुसी मैनू डाकू समझ के तलवारां ते डांगा लेके मैनू फड़न दे लिए आए हो? ਜਦੋਂ ਮੈਂ ਹਰ ਦਿਨ ਮੰਦਰ ਵਿੱਚ ਉਪਦੇਸ਼ ਦਿੰਦਾ ਸੀ ਤਦ ਤੁਸੀਂ ਮੈਨੂੰ ਕਿਉਂ ਨਹੀਂ ਫੜਿਆ? ਪਰ ਵਚਨ ਵਿੱਚ ਜੋ ਲਿਖਿਆ ਹੈ ਉਹ ਪੂਰਾ ਹੋਣਾ ਚਾਹੀਦਾ ਹੈ। ਜ਼ਰਾ ਰੁਕੋ, ਹੱਥ ਹਟਾਓ, ਉਹਨਾਂ ਨੂੰ ਛੱਡ ਦਿਓ। ਉਸ ਨੂੰ ਛੱਡ ਦਿਓ, ਉਸ ਨੂੰ ਛੱਡ ਦਿਓ। ਅੰਦਰਿਆਸ, ਅੰਦਰਿਆਸ, ਪਤਰਸ, ਉਸ ਦੇ ਲਾਗੇ ਹਟ ਜਾਓ। ਜਾਣ ਦਿਓ ਮੈਨੂੰ। ਆਪਣੀ ਤਲਵਾਰ ਮਿਆਨ ਵਿੱਚ ਰੱਖ। कि तू नहीं जानता कि मैं अपने पिता अगे बेनती कर सकता हाँ अते उस स्वर्ग दूतां दियां 12 पलटना तो भी वध इसे वेले मेरे कोल भेज सकता है? चंगा हो जा। यीशु, यीशु, ओ यीशु, ओ यीशु, रुक जाओ।
ਸ਼ਮੋਨ ਇੱਥੇ ਰੁਕੋ। ਤੂੰ ਰੁਕ, ਤੂੰ ਕਿੱਥੇ ਜਾ ਰਿਹਾ ਹੈ? ਸ਼ਾਇਦ ਮੈਂ ਪਤਾ ਲਗਾ ਸਕਾਂ ਕਿ ਇੱਥੇ ਕੀ ਹੋ ਰਿਹਾ ਹੈ। ਯੋਹੰਨਾ, ਯੋਹੰਨਾ, यहूदा, ਇਹਨਾਂ ਦੋਸ਼ਾਂ ਦੀ ਸਫਾਈ ਵਿੱਚ ਕੀ ਤੈਨੂੰ ਕੁਝ ਨਹੀਂ ਕਹਿਣਾ ਹੈ? ਜਵਾਬ ਦੇ ਮਹਾਜਾਜਕ ਨੂੰ। ਮੈਂ ਖੁੱਲ੍ਹ ਕੇ ਕਿਹਾ ਹੈ, ਸਮਾਜਾਂ ਵਿੱਚ ਅਤੇ ਮੰਦਿਰਾਂ ਵਿੱਚ ਮੈਂ ਕੁਝ ਵੀ ਗੁਪਤ ਰੂਪ ਵਿੱਚ ਨਹੀਂ ਕਿਹਾ। ਤੁਸੀਂ ਮੇਰੇ ਕੋਲੋਂ ਕਿਉਂ ਪੁੱਛ ਰਹੇ ਹੋ? ਉਹਨਾਂ ਕੋਲੋਂ ਪੁੱਛੋ ਜਿਨ੍ਹਾਂ ਨੇ ਮੈਨੂੰ ਸੁਣਿਆ ਹੈ। ਯीशु, तेरी इन्नी हिम्मत कि तू महाजाजक के नाल इस तरह गल करता है? जेकर मैं बुरा कहा है तब बोलो, जेकर नहीं तो तुसी मैनू क्यों मार रहे हो? कयाफा, बस करो, बस करो। चलो इस मामले की तह तक पुजीए। इत्थे बहुत सारे लोग ने जिन्हां ने तेरे ते गंभीर आरोप लाए ने। उन्हां दा यह कहना है कि तेरा दावा है कि तू परमेश्वर दा पुत्र है। साफ साफ दस कि तू मसीह है, जिउंदे परमेश्वर दा पुत्र? हाँ मैं हाँ। एक कुफर बकता है, एक कुफर बकता है, इसको मार दियो। इसको मार दियो, एक कुफर बकता है। अते तुसी मैनू सर्वशक्तिमान दे सज्जे हाथ विराजमान अते आकाश दे बदलां नाल आउंदा वेखोगे। कुफर बकता है। सानू हुण होर गवाहां दी लोड़ नहीं है। तुसी सारियां ने हुणे कुफर सुनिया, तुहाडी की राय है? रुको, तू तू उसके चेलियां विचों एक है ना? नहीं नहीं। हाँ तू है, मैं तेनू उसदे नाल देखिया सी, मैनू पूरा यकीन है। नहीं, तू गलत आदमी नू फड़िया। तू है, तू एक गलीली है, उसे यीशु दा एक चेला। हाँ, मैं तेनू उसदे नाल बाग विच देखिया सी। मैं तेनू क्या ना, मैं उस इंसान नू नहीं जानता। मैं सौ खाना, मैं उस नू नहीं जानता।
ਵਿਵਸਥਾ ਸਾਫ਼-ਸਾਫ਼ ਕਹਿੰਦੀ ਹੈ ਮੌਤ। ਤੁਸੀਂ ਸਾਰੇ ਜਾਣਦੇ ਹੋ ਰੋਮੀ ਸ਼ਾਸਨ ਨੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਦੇਣ ਤੇ ਰੋਕ ਲਾਈ ਹੈ, ਪਰ ਰੋਮੀਆਂ ਤੇ ਲਾਗੂ ਨਹੀਂ। ਉਸ ਨੂੰ ਪਿਲਾਤੁਸ ਕੋਲ ਲੈ ਜਾਓ। ਕਿਰਪਾ ਕਿਰਪਾ ਮੈਨੂੰ ਉਹਨਾਂ ਨਾਲ ਗੱਲ ਕਰਨ ਦਿਓ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਕੋਈ ਗੱਲ ਨਹੀਂ, ਛੱਡ ਦਿਓ ਇਹਨੂੰ। ਮੈਂ ਇੱਕ ਨਿਰਦੋਸ਼ ਦੇ ਲਹੂ ਨਾਲ ਵਿਸ਼ਵਾਸਘਾਤ ਕੀਤਾ ਹੈ। ਇਹ ਵਾਪਸ ਲੈ ਲਓ, ਵਾਪਸ ਲੈ ਲਓ। ਮੈਂ ਪਾਪ ਕੀਤਾ ਹੈ, ਇੱਕ ਨਿਰਦੋਸ਼ ਲਹੂ ਨਾਲ ਧੋਖਾ ਕੀਤਾ ਹੈ। ਭਲਾ ਹੁਣ ਇਹ ਸਾਡੇ ਕਿਸ ਕੰਮ ਦੇ? ਮੈਂ ਪਾਪ ਕੀਤਾ ਹੈ। यूहन्ना, यीशु है ना? मेरा बेटा, मेरा बेटा। उसनु पोंतियुस पिलातुस दे कोल ले गए हन, उत्थे ऐलान होने वाला है। मैनू ले चल, उसदे कोल ले चल। ਤੁਸੀਂ ਇਸ ਮਨੁੱਖ ਨੂੰ ਲੈ ਕੇ ਆਏ ਹੋ ਜਿਸ ਦੇ ਬਾਰੇ ਤੁਸੀਂ ਕਹਿੰਦੇ ਹੋ ਕਿ ਉਸਨੇ ਵਿਵਸਥਾ ਨੂੰ ਤੋੜਿਆ ਹੈ। ਮੈਂ ਉਸ ਕੋਲੋਂ ਪੁੱਛਗਿੱਛ ਕੀਤੀ ਹੈ ਤੇ ਮੈਨੂੰ ਉਸ ਵਿੱਚ ਕੋਈ ਦੋਸ਼ ਨਹੀਂ ਲੱਭਿਆ। ਪਰ ਜੇਕਰ ਤੁਸੀਂ ਇਸ ਨੂੰ ਸਜ਼ਾ ਦੇਣ ਤੇ ਜ਼ੋਰ ਦਿੰਦੇ ਹੋ ਤਾਂ ਇਸੇ ਲਈ ਉਸ ਨੂੰ ਸਜ਼ਾ ਦਿੱਤੀ ਜਾਵੇਗੀ। 38 39 40 ਉਸ ਨੂੰ ਥੱਲੇ ਉਤਾਰੋ। ਲਿਆ ਉਸ ਨੂੰ, ਪਿਲਾਤੁਸ ਉਸ ਨੂੰ ਮਿਲਣਾ ਚਾਹੁੰਦੇ ਨੇ। ਰੁਕੋ, ਉਸ ਦਾ ਮੁਕਰਤਾ ਨਾ ਭੁੱਲੋ। ਵੇਖੋ ਉਹ ਮਨੁੱਖ ਤੂੰ ਕੀ ਕੀਤਾ ਹੈ ਕਿ ਇਹ ਸਭ ਤੇਰੇ ਨਾਲ ਇੰਨੀ ਨਫ਼ਰਤ ਕਰਦੇ ਹਨ? ਸਾਡੇ ਇੱਥੇ ਇੱਕ ਪਰੰਪਰਾ ਹੈ ਕਿ ਅਸੀਂ ਤੁਹਾਡੇ ਪਰਬ ਦੇ ਦਿਨ ਇੱਕ ਕੈਦੀ ਨੂੰ ਛੱਡਦੇ ਹਾਂ। ਤਾਂ ਕੀ ਕਹਿੰਦੇ ਹੋ ਕਿ ਮੈਂ ਇਸ ਨੂੰ ਰਿਹਾ ਕਰ ਦੇਵਾਂ, ਇਸ ਯੀਸੂ ਨੂੰ ਜੋ ਮਸੀਹਾ ਕਹਾਉਂਦਾ ਹੈ? ਯੀਸੂ ਜਾਂ ਬਰੱਬਾ ਨੂੰ? ਬਰੱਬਾ, ਫਰੀਸੀ ਹੋ ਚਾਹੁੰਦੇ ਨੇ ਕਿ ਤੁਸੀਂ ਬਰੱਬਾ ਦੇ ਲਈ ਪੁਕਾਰੋ। ਇਹ ਬਰੱਬਾ ਹੋਵੇਗਾ, ਯਾਦ ਰੱਖਣਾ। ਫਰੀਸੀ ਹੋ ਚਾਹੁੰਦੇ ਨੇ। ਇਹਨਾਂ ਦੋਹਾਂ ਵਿੱਚੋਂ ਤੁਸੀਂ ਕਿਸ ਨੂੰ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਰਿਹਾ ਕਰਾਂ? ਬਰੱਬਾ ਨੂੰ ਛੱਡ ਦਿਓ, ਬਰੱਬਾ ਨੂੰ ਛੱਡ ਦਿਓ, ਬਰੱਬਾ ਨੂੰ, ਬਰੱਬਾ ਨੂੰ, ਬਰੱਬਾ ਨੂੰ ਛੱਡ ਦਿਓ, ਬਰੱਬਾ ਨੂੰ ਛੱਡ ਦਿਓ। ਅਤੇ ਇਸ ਮਨੁੱਖ ਦਾ ਕੀ? ਫਿਰ ਮੈਂ ਇਸ ਯੀਸੂ ਦਾ ਕੀ ਕਰਾਂ ਜੋ ਮਸੀਹਾ ਕਹਾਉਂਦਾ ਹੈ? ਉਸ ਨੂੰ ਸਲੀਬ ਤੇ ਚੜਾ ਦਿਓ।
पर क्यों? उसने की बुरा कीता है? उसने की बुरा कीता है? साड़ी एक व्यवस्था है ਅਤੇ ਉਸ ਵਿਵਸਥਾ ਦੇ ਅਨੁਸਾਰ ਉਸ ਨੂੰ ਮਰਨਾ ਹੀ ਪਵੇਗਾ ਕਿਉਂਕਿ ਉਸਨੇ ਪਰਮੇਸ਼ਰ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਹੈ। ਤੂੰ ਕਿੱਥੋਂ ਹੈ ਕਿ ਤੂੰ ਮੇਰੇ ਨਾਲ ਗੱਲ ਕਰਨ ਤੋਂ ਇਨਕਾਰ ਕਰਦਾ ਹੈ? ਕਿ ਤੂੰ ਨਹੀਂ ਜਾਣਦਾ ਕਿ ਮੈਂ ਜਾਂ ਤਾਂ ਤੈਨੂੰ ਛੱਡ ਸਕਦਾ ਹਾਂ ਜਾਂ ਸਲੀਬ ਤੇ ਚੜਾ ਸਕਦਾ ਹਾਂ। ਤੇਰਾ ਮੇਰੇ ਤੇ ਕੋਈ ਅਖਤਿਆਰ ਨਹੀਂ। ਜੇਕਰ ਤੈਨੂੰ ਉੱਪਰ ਤੋਂ ਨਾ ਦਿੱਤਾ ਗਿਆ ਹੁੰਦਾ, ਇਸ ਲਈ ਉਹ ਜਿਸ ਨੇ ਮੈਨੂੰ ਤੈਨੂੰ ਸੌਂਪਿਆ ਹੈ ਉਹ ਜ਼ਿਆਦਾ ਦੋਸ਼ੀ ਹੈ, ਇੱਕ ਵੱਡੇ ਪਾਪ ਦਾ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਪਾਇਆ। ਉਹ ਆਪਣੇ ਆਪ ਨੂੰ ਰਾਜਾ ਕਹਿੰਦਾ ਹੈ ਅਤੇ ਕੈਸਰ ਤੋਂ ਇਲਾਵਾ ਸਾਡਾ ਕੋਈ ਰਾਜਾ ਨਹੀਂ ਹੈ। ਤੇ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਯਿਸੂ ਨੂੰ ਰਾਜਾ ਦੇ ਰੂਪ ਵਿੱਚ ਸਵੀਕਾਰ ਕਰਨਾ ਦੇਸ਼ ਧਰੋਹ ਦੇ ਬਰਾਬਰ ਹੈ। ਦੇਸ਼ ਧਰੋਹ ਦੇ। ਫਿਰ ਇਹ ਦਰਜ ਕਰੋ ਕਿ ਮੈਂ ਇਸ ਨਿਰਦੋਸ਼ ਦੇ ਲਹੂ ਤੋਂ ਮੁਕਤ ਹਾਂ, ਕਿਉਂਕਿ ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਪਾਉਂਦਾ। ਇਸ ਧਰਮੀ ਮਨੁੱਖ ਦੇ ਲਹੂ ਤੋਂ ਮੈਂ ਬਿਲਕੁਲ ਨਿਰਦੋਸ਼ ਹਾਂ। ਤੁਸੀਂ ਹੀ ਜਾਣੋ। ਇਸ ਦਾ ਲਹੂ ਸਾਡੇ ਤੇ ਸਾਡੀ ਸੰਤਾਨ ਉੱਤੇ ਹੋਵੇ। ਜਿਵੇਂ ਕਿ ਲਿਖਿਆ ਹੈ, ਉਹ ਤੁੱਛ ਜਾਣਿਆ ਗਿਆ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਦੁਖਿਆ ਮਨੁੱਖ ਅਤੇ ਸੋਗ ਦਾ ਜਾਣੂ। ਸੱਚਮੁੱਚ ਉਸਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ। ਫਿਰ ਵੀ ਅਸੀਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ। ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਨਹੀਂ ਨਹੀਂ, ਅਸੀਂ ਸਾਰੇ ਭੇਡਾਂ ਦੇ ਵਾਂਗੂ ਭੁੱਲੇ ਫਿਰਦੇ ਸੀ। ਅਸੀਂ ਆਪਣੇ ਰਾਹਾਂ ਨੂੰ ਮੁੜੇ ਅਤੇ ਯਹੋਵਾ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ। ਉਸਨੇ ਦੂਜਿਆਂ ਨੂੰ ਬਚਾਇਆ, ਪਰ ਫਿਰ ਵੀ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ। ਉਸ ਨੂੰ ਸਲੀਬ ਤੋਂ ਉਤਰ ਆਉਣ ਦਿਓ, ਤਾਂ ਅਸੀਂ ਉਸ ਤੇ ਵਿਸ਼ਵਾਸ ਕਰਾਂਗੇ। ਹੁਣ ਪਰਮੇਸ਼ਰ ਨੂੰ ਉਸ ਨੂੰ ਬਚਾਉਣ ਦਿਓ ਜੇਕਰ ਉਹ ਚਾਹੇ ਤਾਂ। ਆਖਿਰ ਉਸਨੇ ਕਿਹਾ ਸੀ ਕਿ ਉਹ ਪਰਮੇਸ਼ਰ ਦਾ ਪੁੱਤਰ ਹੈ। हे ਪਿਤਾ, ਇਹਨਾਂ ਨੂੰ ਮਾਫ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਨੇ। ਤੂੰ ਤਾਂ ਮਸੀਹ ਹੈ ਨਾ? ਤਾਂ ਆਪਣੇ ਆਪ ਨੂੰ ਬਚਾ ਤੇ ਸਾਨੂੰ ਵੀ। ਚੁੱਪ ਹੋ ਜਾ। ਕਿ ਤੈਨੂੰ ਪਰਮੇਸ਼ਰ ਦਾ ਡਰ ਨਹੀਂ? ਹੁਣ ਵੀ ਅਸੀਂ ਤਾਂ ਅਪਰਾਧੀ ਹਾਂ, ਅਸੀਂ ਇਸੇ ਯੋਗ ਹਾਂ, ਪਰ ਇਹ ਮਨੁੱਖ, ਇਸ ਨੇ ਤਾਂ ਕੁਝ ਵੀ ਬੁਰਾ ਨਹੀਂ ਕੀਤਾ ਹੈ, ਕੁਝ ਵੀ ਨਹੀਂ। ਹੇ ਯਿਸੂ, ਜਦੋਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਤੂੰ ਮੈਨੂੰ ਚੇਤੇ ਰੱਖੀ।
मैं तेनू सच आखदा कि अज ही तू मेरे नाल स्वर्ग विच होवेगा। तीन घंटे उसने सलीब का दुख झेलिया ਅਤੇ ਦੁਪਹਿਰ ਨੂੰ ਇੱਕ ਅਜੀਬ ਗੱਲ ਹੋਈ। ਪੂਰੇ ਦੇਸ਼ ਉੱਤੇ ਹਨੇਰਾ ਛਾ ਗਿਆ ਅਤੇ ਅਗਲੇ 3 ਘੰਟੇ ਤੱਕ ਹਨੇਰਾ ਹੀ ਰਿਹਾ। मां, ए तेरा पुत्र, ए तेरी मां है। हे पिता, तू मैनू क्यों त्याग देता है? सब पूरा होया। हे पिता, मैं अपना आत्मा तेरे हाथ विच सौंपदा हां। ਜਦੋਂ ਮਰਿਆ ਇਹ ਧਰਤੀ ਹਿੱਲ ਗਈ, ਪੱਥਰ ਫਟ ਗਏ ਅਤੇ ਮੰਦਰ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਪਾੜ ਕੇ ਦੋ ਹੋ ਗਿਆ। सचमुच ए मनुख परमेश्वर दा पुत्र सी। ਉਹ ਧੋਖੇਬਾਜ਼ ਯੀਸ਼ੂ ਜਦੋਂ ਉਹ ਜਿਉਂਦਾ ਸੀ ਉਸਨੇ ਕਿਹਾ ਸੀ 3 ਦਿਨਾਂ ਦੇ ਬਾਅਦ ਮੈਂ ਫੇਰ ਜੀ ਉਠਾਂਗਾ। ਇਹੋ ਜਿਹੀ ਕੋਈ ਚਾਲਬਾਜ਼ੀ ਰੋਕਣ ਦੇ ਲਈ ਕਬਰ ਤੇ ਪਹਿਰਾ ਲਗਾਉਣ ਦੀ ਆਗਿਆ ਦਿਓ ਤੇ ਉਸ ਨੂੰ ਸੀਲ ਕਰ ਦਿਓ। ਕਿਤੇ ਉਸਦੇ ਚੇਲੇ ਉਹਦੀ ਲਾਸ਼ ਨਾ ਚੁਰਾ ਕੇ ਲੈ ਜਾਣ ਤੇ ਫੇਰ ਅਸੀਂ ਲੋਕਾਂ ਨੂੰ ਕਹੀਏ ਕਿ ਉਹ ਮੁਰਦਿਆਂ ਵਿੱਚੋਂ ਸੱਚਮੁੱਚ ਜੀ ਉੱਠਿਆ ਹੈ। ठीक है, जाओ ते जिन्नी जल्दी हो सके कब्र ते पहरा दियो। तीन दिन तू मैनू एहो याद दवांदा रहंदा है। 3 दिन इस कब्र ते पहरा देना होवेगा। असी कदे किसी मुर्दे ते पहरा नहीं दिता, पर ਇਹ वाला सानू इस ते पहरा देना पै रहा है। ਅਤੇ ਇਹ ਸਭ ਇਸ ਲਈ ਕਿਉਂਕਿ ਇੱਕ ਮੂਰਖਤਾਪੂਰਨ ਅੰਧ ਵਿਸ਼ਵਾਸ ਹੈ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਣ ਵਾਲਾ ਹੈ। ਕਮਾਲ ਹੈ, ਕੋਈ ਵੀ ਮੁਰਦਿਆਂ ਵਿੱਚੋਂ ਨਹੀਂ ਜੀ ਉੱਠਦਾ। ਇਸ ਲਈ ਤਾਂ ਅਸੀਂ ਇੱਥੇ ਹਾਂ ਤਾਂ ਕਿ ਉਸ ਦੇ ਚੇਲਿਆਂ ਵਿੱਚੋਂ ਕੋਈ ਉਸ ਦੀ ਲਾਸ਼ ਚੁਰਾ ਕੇ ਨਾ ਲੈ ਜਾਵੇ ਅਤੇ ਫਿਰ ਦਾਅਵਾ ਕਰੇ ਕਿ ਉਹ ਜੀ ਉੱਠਿਆ। ਸ਼ਿਕਾਇਤ ਕਰਨਾ ਬੰਦ ਕਰ। बेशक मुर्दे कभी जिंदा नहीं होंगे। ਉਹ ਕੀ ਸੀ? ਇੱਕ ਝਟਕਾ, ਇੱਕ ਭੁਚਾਲ, ਮੈਨੂੰ ਨਹੀਂ ਪਤਾ। ਤੂੰ ਫੇਰ ਨਹੀਂ ਸੁੱਤਾ? ਤੈਨੂੰ ਸੋਣਾ ਚਾਹੀਦਾ ਹੈ। ਮੈਨੂੰ ਸ਼ਾਂਤੀ ਚਾਹੀਦੀ ਹੈ। ਮੈਂ ਉਸ ਦਾ ਇਨਕਾਰ ਕੀਤਾ ਸੀ ਯੋਹੰਨਾ। ਮੈਂ ਅਸਫਲ ਰਿਹਾ। ਅਸੀਂ ਸਾਰੇ ਡਰੇ ਹੋਏ ਸੀ। ਕਾਸ਼ ਮੈਂ ਉਸ ਨੂੰ ਦੱਸ ਸਕਦਾ ਕਿ ਮੈਂ ਕਿੰਨਾ ਸ਼ਰਮਿੰਦਾ ਹਾਂ। ਕਾਸ਼ ਮੈਂ ਏਦਾਂ ਕਰ ਸਕਦਾ। ਤੂੰ ਤੇ ਕਿਹਾ ਸੀ ਕਿ ਕਿਸੇ ਨੂੰ ਪਤਾ ਨਹੀਂ ਕਿ ਅਸੀਂ ਇੱਥੇ ਹਾਂ। ਕਿਸੇ ਨੂੰ ਨਹੀਂ ਪਤਾ। ਮੈਂ ਵੇਖਦਾ ਹਾਂ। याकूब नहीं। मैं उसनु देखिया है। मरियम,
ਕਿਸ ਨੂੰ? ਪ੍ਰਭੂ ਨੂੰ। ਮੈਂ ਉਸ ਨੂੰ ਦੇਖਿਆ ਹੈ, ਉਹ ਜ਼ਿੰਦਾ ਹੈ। ਹਾਂ ਕੀ? ਉਹ ਜੀ ਉੱਠਿਆ ਹੈ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਜਿਵੇਂ ਉਹਨੇ ਕਿਹਾ ਸੀ। ਅਤੇ ਉਹ ਸੱਚਮੁੱਚ ਜੀ ਉੱਠਿਆ ਸੀ। ਉਹ ਹੁਣ ਉਸ ਕਬਰ ਵਿੱਚ ਨਹੀਂ ਸੀ। ਪਰ ਕਿਵੇਂ? ਉਹ ਕਬਰ ਖਾਲੀ ਸੀ, ਕਫਨ ਉੱਥੇ ਪਿਆ ਸੀ, ਪਰ ਲਾਸ਼ ਨਹੀਂ ਸੀ। ਯੀਸੂ ਚਲਾ ਗਿਆ ਸੀ। ਉਸੇ ਦਿਨ ਉਹ ਆਪਣੇ ਕੁਝ ਚੇਲਿਆਂ ਦੇ ਸਾਹਮਣੇ ਪ੍ਰਗਟ ਹੋਇਆ। ਥੋਮਾ, ਅਸੀਂ ਉਹਨੂੰ ਵੇਖਿਆ, ਉਸ ਨਾਲ ਗੱਲ ਕੀਤੀ। ਮੈਂ ਤੈਨੂੰ ਕਿਹਾ ਸੀ ਇਹ ਸੰਭਵ ਨਹੀਂ। ਜਦੋਂ ਤੱਕ ਮੈਂ ਉਸਦੇ ਹੱਥਾਂ ਵਿੱਚੋਂ ਕਿੱਲਾਂ ਦੇ ਛੇਦ ਨਾ ਦੇਖ ਲਵਾਂ ਅਤੇ ਉਹਨਾਂ ਵਿੱਚ ਆਪਣੀ ਉਂਗਲੀ ਨਾ ਪਾਵਾਂ, ਤਦ ਤੱਕ ਮੈਂ ਵਿਸ਼ਵਾਸ ਨਹੀਂ ਕਰਾਂਗਾ। ਤੁਹਾਨੂੰ ਸ਼ਾਂਤੀ ਮਿਲੇ। ਮੈਂ ਆਪਣੀ ਉਂਗਲ ਇੱਧਰ ਕਰ ਅਤੇ ਮੇਰੇ ਹੱਥਾਂ ਨੂੰ ਦੇਖ ਅਤੇ ਆਪਣਾ ਹੱਥ ਵਧਾ ਕੇ ਮੇਰੀ ਵੱਖੀ ਵਿੱਚ ਪਾ ਅਤੇ ਬੇਪਰਤੀਤਾ ਨਹੀਂ ਪਰ ਪ੍ਰਤੀਤ ਕਰਨ ਵਾਲਾ ਬਣ। हे मेरे प्रभु, मेरे परमेश्वर, ओ मेरे प्रभु। थोमा, तू मैनू देखा कि इसलिए विश्वास किया। धन हन वो जिन्हां ने मैनू देखा नहीं पर फिर भी मेरे ते विश्वास किया। शमौन पतरस, कि तू मैनू प्यार करता है? प्रभु, तुसी ये 3 बार मेरे कोलों पूछया है। तुसी सब जानते हो, तुसी जानते हो मैं थोनू प्यार करता। मेरिया भेडां नू चार। शमौन पतरस, जद तू जवान सी तू वही कीता जो तू करना चाहता सी, उत्थे गया जिथे तू जाना चाहता सी। पर हुण अपनी इस उम्र विच परमेश्वर तैनू ले जावेगा ते तेरी अगवाई करेगा। कई बार इहो जिहियां थावां ते जिथे तू कदे नहीं सी जाना चाहता। कि तू जावेगा पतरस? मेरे लिए जाना चाहेगा? हाँ प्रभु, तुसी जिथे जाण दे लई कहोगे मैं जावांगा, अपने पूरे दिल दे नाल पिछे चलांगा। यूहन्ना दे बारे की है प्रभु? उसदे बारे की है? यूहन्ना दे बारे चिंता ना कर। मेरी इच्छा है कि वो जिंदा रहे जदों तक कि मैं वापस नहीं आ जाता। तू उसदी चिंता क्यों करता है? तू बस मेरे पीछे चल। ਅਤੇ ਇਸ ਲਈ ਆਮ ਤੌਰ ਤੇ ਇਹੋ ਧਾਰਨਾ ਸੀ ਕਿ ਉਹ ਚੇਲਾ ਮਰੇਗਾ ਨਹੀਂ, ਜਾਂ ਇਹੋ ਕਿ ਉਹ ਆਪਣੇ ਦੁਸ਼ਮਣਾਂ ਦੇ ਹੱਥੋਂ ਨਹੀਂ ਮਾਰਿਆ ਜਾਵੇਗਾ। ਅਤੇ ਇਹੋ ਹੋਇਆ। ਤੂੰ? ਹਾਂ, ਬਾਕੀ ਸਾਰੇ ਸ਼ਹੀਦਾਂ ਦੀ ਮੌਤ ਮਰੇ। ਹਰ ਕੋਈ ਯੀਸੂ ਦਾ ਸੰਦੇਸ਼ ਪਹੁੰਚਾ ਰਿਹਾ ਸੀ ਲਾਗੇ ਪਾਸੇ ਦੇ ਦੇਸ਼ਾਂ ਵਿੱਚ, ਤਾਂ ਕਿ ਉਹ ਵੀ ਪਰਮੇਸ਼ਰ ਨੂੰ ਜਾਣ ਲੈਣ। ਇਸ ਵਿੱਚ ਕਈ ਲੋਕਾਂ ਦੀ ਜਾਨ ਵੀ ਗਈ। 12 ਵਿੱਚੋਂ ਸਿਰਫ ਮੈਂ ਹੀ ਇਕੱਲਾ ਬਚਿਆ ਹਾਂ ਅਤੇ ਉਹਨਾਂ ਸਭ ਗੱਲਾਂ ਦਾ ਗਵਾਹ ਹਾਂ ਜੋ ਯੀਸੂ ਨੇ ਕਿਹਾ ਅਤੇ ਕੀਤਾ, ਉਹਨਾਂ ਚਮਤਕਾਰਾਂ ਦੇ ਲਈ, ਉਸ ਪ੍ਰੇਮ ਦੇ ਲਈ ਅਤੇ ਉਸ ਵਿਦਾਈ ਦੇ ਸੰਦੇਸ਼ ਦੇ ਲਈ। ਜਾਓ, ਪੂਰੇ ਜਗਤ ਵਿੱਚ ਜਾਓ ਅਤੇ ਹਰੇਕ ਪ੍ਰਾਣੀ ਨੂੰ ਇਸ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜੋ ਵੀ ਮੈਨੂੰ ਕਬੂਲ ਕਰੇਗਾ ਉਹ ਮੁਕਤੀ ਪਾਏਗਾ। ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਉਸ ਦੇ ਦਿਲ ਵਿੱਚ ਆ ਕੇ ਆਪਣਾ ਘਰ ਬਣਾਵਾਂਗਾ। ਅਤੇ ਯਾਦ ਰੱਖੋ, ਮੈਂ ਹਮੇਸ਼ਾ ਤੁਹਾਡੇ ਨਾਲ ਰਵਾਂਗਾ, ਇੱਥੋਂ ਤੱਕ ਕਿ ਜਗਤ ਦੇ ਅੰਤ ਤੱਕ ਵੀ। ਤਾਂ ਵੇਖਿਆ ਤੁਸੀਂ, ਮੈਂ ਉਸ ਦਾ ਕਿਵੇਂ ਇਨਕਾਰ ਕਰ ਸਕਦਾ ਹਾਂ ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਅਤੇ ਜੋ ਮੈਂ ਆਪਣੇ ਦਿਲ ਵਿੱਚ ਜਾਣਦਾ ਹਾਂ ਕਿ ਉਹ ਸੱਚ ਹੈ, ਕਿ ਯੀਸੂ ਮਸੀਹ ਹੀ ਪਰਮੇਸ਼ਰ ਦਾ ਪੁੱਤਰ ਹੈ ਜੋ ਜਗਤ ਦਾ ਪਾਪ ਚੁਕਾਉਣ ਦੇ ਲਈ ਮਰ ਗਿਆ। ਮੇਰੇ ਪਾਪ ਅਤੇ ਤੁਹਾਡੇ ਸਾਰਿਆਂ ਦੇ ਪਾਪ, ਅਤੇ ਜੋ ਮੁਰਦਿਆਂ ਵਿੱਚੋਂ ਫਿਰ ਜੀ ਉੱਠਿਆ। ਅਤੇ ਹੁਣ ਜਦੋਂ ਤੁਸੀਂ ਕਹਾਣੀ ਸੁਣ ਹੀ ਲਈ ਹੈ ਤਾਂ ਤੁਸੀਂ ਕਿਸ ਤੇ ਵਿਸ਼ਵਾਸ ਕਰੋਗੇ?